वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਿਰਭਉ ਨਿਰਵੈਰ ਜੀਵਨੀ ਗੁਰੂ ਹਰ ਰਾਏ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 32, ਭਾਗ ਦੂਜਾ, ਪ੍ਰਕਾਸ਼ ਤੇ ਪਾਲਣ ਪੋਸ਼ਣ। ਜਹਾਂਗੀਰ ਦੀ ਮ੍ਰਿਤਿੂ। ਜਹਾਂਗੀਰ ਕਸ਼ਮੀਰ ਤੋਂ ਮੁੜ ਰਿਹਾ ਸੀ ਕਿ ਇੱਕ ਹਾਦਸੇ ਨੂੰ ਦੇਖਣ ਕਾਰਨ ਤਬੀਅਤ ਐਸੀ ਖਰਾਬ ਹੋਈ ਕਿ ਫਿਰ ਸੰਭਲ ਨਾ ਸਕੀ। 8 ਨਵੰਬਰ 1627 ਨੂੰ ਚੰਗੇਜ਼ ਹੱਟੀ ਭਿੰਬਰ ਦੇ ਕਿਨਾਰੇ ਉਸ ਦੀ ਮੌਤ ਹੋ ਗਈ। ਨੂਰ ਜਹਾਨ ਉਸ ਦੇ ਮ੍ਰਿਤਕ ਸਰੀਰ ਨੂੰ ਲਾਹੌਰ ਲੈ ਆਈ। ਸ਼ਾਹ ਜਹਾਨ ਉਸ ਸਮੇਂ ਦੱਖਣ ਵਿੱਚ ਸੀ ਅਤੇ ਉਸ ਦੇ ਸਹੁਰੇ ਆਸਿਫ ਖਾਨ ਨੇ ਹੀ ਉਸ ਨੂੰ ਖਬਰ ਭੇਜੀ ਸੀ। ਨੂਰ ਜਹਾਨ ਆਪਣੇ ਦਮਾਦ ਸ਼ਹਿਰਯਾਰ ਨੂੰ, ਜੋ ਉਸ ਦੀ ਬੇਟੀ ਲਾਡਲੀ ਬੇਗਮ ਨਾਲ ਵਿਆਹਿਆ ਹੋਇਆ ਸੀ, ਬਾਦਸ਼ਾਹ ਬਣਾਉਣਾ ਲੋੜਦੀ ਸੀ, ਪਰ ਆਸਿਫ ਖਾਨ ਨੇ ਅਜਿਹੀ ਚਾਲ ਚੱਲੀ ਕਿ ਖੁਸਰੋ ਦੇ ਬੇਟੇ ਦਾਵਰ ਬਖਸ਼ ਹੱਥੋਂ ਸ਼ਹਿਰਯਾਰ ਨੂੰ ਅੰਨ੍ਹਿਆ ਕਰਨ ਦਾ ਹੁਕਮ ਦੇ ਕੇ ਨਜ਼ਰਬੰਦ ਕਰਵਾ ਦਿੱਤਾ। ਜਦ ਸ਼ਾਹਜਹਾਨ ਦੇ ਆਗਰੇ ਪੁੱਜਣ ਤੇ ਤਖਤ ਸੰਭਾਲਣ ਦੀ ਖਬਰ ਲਾਹੌਰ ਆਈ ਤਾਂ ਆਸਿਫ ਖਾਨ ਨੇ ਭੈਣ ਨੂਰ ਜਹਾਨ ਨੂੰ ਬੰਦੀ ਵਿੱਚ ਪਾ ਦਿੱਤਾ। ਦਾਵਰ ਬਖਸ਼ ਅਤੇ ਉਸ ਦੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਦਾਨਿਆਲ ਦੇ ਪੁੱਤਰਾਂ ਤਮਰਸ ਅਤੇ ਹੋਸ਼ਿੰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ਾਹਜਹਾਨ ਆਪੂ ਲਾਹੌਰ ਨਾ ਆਇਆ, ਪਰ ਦਿਸਦਾ ਪਿਆ ਸੀ ਕਿ ਹੁਣ ਪੰਜਾਬ ਵਿੱਚ ਸਖਤੀ ਦਾ ਦੌਰ ਚੱਲੇਗਾ। ਆਸਿਫ ਖਾਨ ਨੂੰ ਸਮੁੱਚੇ ਪੰਜਾਬ ਦਾ ਗਵਰਨਰ ਥਾਪ ਦਿੱਤਾ ਗਿਆ। ਗੁਰੂ ਹਰਗੋਬਿੰਦ ਜੀ ਵੀ ਦੇਖ ਰਹੇ ਸਨ ਕਿ ਪਹਾੜੀ ਰਾਜਿਆਂ ਸਿਵਾਏ ਤਾਰਾ ਚੰਦ ਦੇ ਸਭ ਨੇ ਸ਼ਾਹਜਹਾਨ ਦੀ ਈਨ ਮੰਨ ਲਈ ਹੈ। ਉਧਰ ਲਾਹੌਰ ਵਿੱਚ ਉਸੇ ਕਲੀਚ ਖਾਨ ਨੂੰ ਗਵਰਨਰ ਥਾਪ ਦਿੱਤਾ ਗਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੇਲੇ ਲਾਹੌਰ ਦਾ ਫੌਜਦਾਰ ਸੀ। ਆਪਣੇ ਮੁਹੰਮਦੀ ਭਰਾਵਾਂ ਨੂੰ ਆਪਣੇ ਵੱਲ ਦਾ ਕਰਨ ਲਈ ਸ਼ਾਹਜਹਾਨ ਨੇ ਐਸੇ ਫਰਮਾਨ ਵੀ ਕੱਢੇ ਕਿ ਸਿਵਾਏ ਇਸਲਾਮ ਦੇ ਹੋਰ ਕਿਸੇ ਨੂੰ ਹੱਕ ਨਹੀਂ ਧਰਮ ਪ੍ਰਚਾਰ ਕਰਨ ਦਾ। ਮੰਦਰ ਧਰਮਸ਼ਾਲਾ ਗਿਰਾ ਦਿੱਤੀਆਂ ਅਤੇ ਜੋ ਅਜੇ ਅੱਧ ਉਸਰੀਆਂ ਸਨ ਉੱਥੇ ਹੀ ਰੋਕ ਦਿੱਤੀਆਂ ਗਈਆਂ। ਇਨ੍ਹਾਂ ਹੀ ਫਰਮਾਨਾਂ ਦਾ ਸਹਾਰਾ ਲੈ ਕੇ ਲਾਹੌਰ ਦੀ ਬੌਲੀ ਸਾਹਿਬ ਢਾਹ ਦਿੱਤੀ ਗਈ ਅਤੇ ਹਰ ਕੋਈ ਸਮਝ ਦੇਖ ਰਿਹਾ ਸੀ ਕਿ ਅਗਲਾ ਹੱਲਾ ਅੰਮ੍ਰਿਤਸਰ ਤੇ ਹੋਵੇਗਾ। ਕਲੀਚ ਖਾਨ ਦਾ ਵਜ਼ੀਰ ਅਬੁਲ ਹਸਨ ਸੀ ਅਤੇ ਫੌਜਦਾਰ ਮੁਖਲਿਸ ਖਾਨ। 1629 ਦੀ ਵਿਸਾਖੀ ਨੂੰ ਸਿੱਖਾਂ ਦੀ ਝੜਪ ਸ਼ਾਹੀ ਫੌਜ ਨਾਲ ਹੋ ਗਈ। ਸ਼ਾਹੀ ਬਾਜ, ਜੋ ਸ਼ਿਕਾਰ ਦੇ ਨਿਯਮ ਛੱਡ ਹੱਥ ਆਏ ਸ਼ਿਕਾਰ ਨੂੰ ਬਹੁਤ ਹੀ ਤਸੀਹੇ ਦੇ ਰਿਹਾ ਸੀ, ਦੇਖ ਸਿੱਖਾਂ ਕੋਲੋਂ ਜਰਿਆ ਨਾ ਗਿਆ ਅਤੇ ਉਹਨਾਂ ਆਪਣਾ ਬਾਜ ਛੱਡ ਦਿੱਤਾ। ਸ਼ਾਹੀ ਬਾਜ ਨੂੰ ਗੁਰੂ ਦੇ ਬਾਜ ਨੇ ਗਿਰਾ ਕਾਬੂ ਕਰ ਲਿਆ। ਉਧਰ ਇਹ ਖਬਰ ਲਾਹੌਰ ਪਹੁੰਚਾਈ ਗਈ ਕਿ ਅੱਜ ਬਾਜ ਨੂੰ ਹੱਥ ਪਾਇਆ ਨੇ, ਕੱਲ ਤਾਜ ਨੂੰ ਪਾਉਣਗੇ। ਪਹਿਲੀ ਜੰਗ। ਮੁਖਲਿਸ ਖਾਨ ਫੌਜਾਂ ਅੰਮ੍ਰਿਤਸਰ ਚੜ੍ਹਾ ਕੇ ਲੈ ਆਇਆ। ਇਹ ਜੰਗ ਕਿਤਨੀ ਅਚਨਚੇਤ ਸੀ, ਉਸ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਗਲੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਅਤੇ ਸੰਗਤਾਂ ਤੇ ਸਭਨਾਂ ਦਾ ਧਿਆਨ ਹੋਣ ਵਾਲੇ ਆਨੰਦ ਕਾਰਜ ਵੱਲ ਸੀ। ਸਖਤ ਝੜਪ ਹੋਈ। ਸ਼ਾਹੀ ਫੌਜਾਂ ਹਾਰ ਖਾ ਗਈਆਂ। ਕਈ ਨਿਕਟ ਵਰਦੀ ਸਿੱਖ ਅਤੇ ਪਿਆਰੇ ਸ਼ਹੀਦ ਹੋਏ। ਸ਼ਹੀਦ ਹੋਣ ਵਾਲਿਆਂ ਵਿੱਚ ਭੱਟ ਕੀਰਤ ਵੀ ਸਨ। ਬਾਬਾ ਗੁਰਦਿੱਤਾ ਜੀ ਨੇ ਵੀ ਕਰਾਰੇ ਹੱਥ ਦਿਖਾਏ। ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦਾਂ ਵਿੱਚ ਬਾਬਾ ਗੁਰਦਿੱਤਾ ਜੀ ਨੇ ਸਾਹਿਬ ਕੇ ਰੋਬਰੋ ਬੜਾ ਯੁੱਧ ਕੀਆ। ਬੀਬੀ ਵੀਰੋ ਦਾ ਆਨੰਦ ਕਾਰਜ ਝਬਾਲ ਵਿੱਚ ਮਰਿਆਦਾ ਨਾਲ ਕਰ ਦਿੱਤਾ ਗਿਆ। ਇਹ ਪਹਿਲੀ ਜੰਗ 15 ਮਈ 1629 ਨੂੰ ਹੋਈ ਸੀ। ਸ਼ਾਹਜਹਾਨ ਨੂੰ ਜਦ ਖਬਰਾਂ ਪੁੱਜੀਆਂ ਤਾਂ ਉਸ ਨੇ ਲਾਹੌਰ ਦੇ ਗਵਰਨਰ ਨੂੰ ਹਟਾ ਕੇ ਕਾਬਲ ਭੇਜ ਦਿੱਤਾ ਅਤੇ ਉਸ ਦੀ ਥਾਵੇਂ ਅਨਾਇਤ ਏਜਦੀ ਨੂੰ ਥਾਪਿਆ। ਮੁਖਲਿਸ ਖਾਨ ਨੂੰ ਵੀ ਬਦਲ ਕੇ ਤੇਲੰਗਾਨਾ ਭੇਜ ਦਿੱਤਾ ਅਤੇ ਉਸ ਦੀ ਮੌਤ ਵੀ ਉਧਰ ਹੀ 1636 ਨੂੰ ਹੋਈ। ਬਾਬਾ ਗੁਰਦਿੱਤਾ ਜੀ ਜੰਗ ਪਿੱਛੋਂ ਕੀਰਤਪੁਰ ਆ ਗਏ। ਗੁਰੂ ਹਰਗੋਬਿੰਦ ਜੀ ਵੀ ਨੀਤੀ ਵਸ ਝਬਾਲ ਤਰਨ ਤਾਰਨ ਤੋਂ ਹੁੰਦੇ ਕੁਝ ਚਿਰ ਲਈ ਗੋਇੰਦਵਾਲ ਆ ਟਿਕੇ। ਲਾਹੌਰ ਦੀਆਂ ਤਬਦੀਲੀਆਂ ਹੋਣ ਉਪਰੰਤ ਫਿਰ ਅੰਮ੍ਰਿਤਸਰ ਆ ਬਿਰਾਜੇ। ਹਰਗੋਬਿੰਦਪੁਰ ਬਿਆਸ ਦੇ ਕਿਨਾਰੇ ਵਸ ਚੁੱਕਾ ਸੀ ਅਤੇ ਇਸ ਦੀ ਸੋਭਾ ਚਾਰੇ ਪਾਸੇ ਫੈਲ ਗਈ ਸੀ। ਇਤਨਾ ਨਾਮ ਸੀ ਨਗਰਦਾ ਕੀ ਸੁਜਾਨ ਰਾਏ ਭੰਡਾਰੀ ਨੇ ਲਿਖਿਆ ਹੈ। ਹੈਬਤਪੁਰ ਪੱਟੀ ਦੁਆਬਾ ਬਾਰੀ ਵਿੱਚ ਇੱਕ ਪਰਗਣਾ ਹੈ। ਇਸ ਅੰਦਰ ਹਰਗੋਬਿੰਦਪੁਰ ਇੱਕ ਨਗਰ ਹੈ ਜਿੱਥੇ ਵਧੀਆ ਬਾਗ ਹੈ ਅਤੇ ਪਵਿੱਤਰ ਸਰੋਵਰ ਬਣੇ ਹੋਏ ਹਨ। ਵਿਸਾਖੀ ਨੂੰ ਮੇਲਾ ਲੱਗਦਾ ਹੈ। ਬੇਸ਼ੁਮਾਰ ਲੋਕ ਇਕੱਠੇ ਹੁੰਦੇ ਹਨ। ਇੱਥੋਂ ਦਾ ਘੋੜਾ ਚਾਲ ਢਾਲ ਵਿੱਚ ਇਰਾਕੀ ਘੋੜੇ ਦੀ ਬਰਾਬਰੀ ਕਰਦਾ ਹੈ। ਕਈਆਂ ਦਾ ਮੁੱਲ 15-15 ਹਜ਼ਾਰ ਤੀਕ ਪੁੱਜਦਾ ਹੈ। ਦੂਜੀ ਜੰਗ। ਗੁਰੂ ਹਰਗੋਬਿੰਦ ਜੀ ਦੁਆਬਾ ਪ੍ਰਚਾਰ ਹਿੱਤ ਗਏ ਹੀ ਸਨ ਕਿ ਦੂਜੀ ਜੰਗ ਦਾ ਸਾਹਮਣਾ ਕਰਨਾ ਪਿਆ। ਭਗਵਾਨ ਦਾਸ ਘੇਰੜ, ਜੋ ਚੰਦੂ ਦਾ ਸਾਕ ਸੀ,
ਦੀ ਚੁੱਕ ਤੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਨੇ ਫੌਜ ਚੜ੍ਹਾ ਆਂਦੀ ਅਤੇ ਹਾਰ ਖਾਧੀ। ਇਹ ਜੰਗ ਸਤੰਬਰ 1629 ਨੂੰ ਹੋਈ ਸੀ। ਗੁਰੂ ਜੀ ਅੰਮ੍ਰਿਤਸਰ ਮੁੜ ਆਏ। ਗੁਰੂ ਹਰਿਰਾਏ ਜੀ ਦਾ ਪ੍ਰਕਾਸ਼। ਗੁਰੂ ਹਰਗੋਬਿੰਦ ਜੀ ਅੰਮ੍ਰਿਤਸਰ ਹੀ ਸਨ ਕਿ ਕੀਰਤਪੁਰ ਤੋਂ ਖਬਰ ਪੁੱਜੀ ਕਿ ਬਾਬਾ ਗੁਰਦਿੱਤਾ ਜੀ ਦੇ ਘਰ ਅਤੇ ਮਾਤਾ ਰਾਜ ਕੌਰ ਦੀ ਕੁੱਖੋਂ ਬਾਲਕ ਨੇ ਜਨਮ ਲਿਆ ਹੈ। ਆਪ ਜੀ ਨੇ ਉਸੇ ਸਮੇਂ ਬਚਨ ਕੀਤੇ, ਵੱਡੀ ਚੀਜ਼ ਦਾ ਗਾਹਕ ਆਇਆ ਹੈ। ਬਾਬਾ ਗੁਰਦਿੱਤਾ ਜੀ ਤਾਂ ਖੁਸ਼ੀ ਵਿੱਚ ਮਿਆਉਂਦੇ ਹੀ ਨਹੀਂ ਸਨ। ਬਾਲਕ ਦਾ ਤੇਜ ਝੱਲਿਆ ਨਹੀਂ ਸੀ ਜਾਂਦਾ, ਨੂਰ ਡਲਕਾ ਮਾਰਦਾ ਸੀ। ਉਸ ਦਿਨ ਜਨਵਰੀ 30 ਸਨ 1630 ਅਤੇ ਦਿਨ ਐਤਵਾਰ ਦਾ ਸੀ। ਗੁਰੂ ਹਰਗੋਬਿੰਦ ਜੀ ਖਬਰ ਪਾਉਂਦੇ ਸਾਰ ਕੀਰਤਪੁਰ ਵੱਲ ਚੱਲ ਪਏ। ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਇਸ ਵਾਰੀ ਨਾਲ ਲੈ ਲਈ, ਕਿਉਂਕਿ ਉਹ ਜਾਣਦੇ ਸਨ ਕਿ ਦੋਖੀਆਂ ਦੀ ਅੱਖ ਗੁਰੂ ਗ੍ਰੰਥ ਸਾਹਿਬ ਤੇ ਹੈ। ਕਰਤਾਰਪੁਰ ਬੀੜ ਨੂੰ ਸੁਰੱਖਿਅਤ ਹੱਥਾਂ ਵਿੱਚ ਦੇ ਕੇ ਕੀਰਤਪੁਰ ਵੱਲ ਟੁਰੇ। ਰਾਹ ਵਿੱਚ ਖੁਸ਼ੀਆਂ ਵੰਡਦੇ ਗਏ, ਦਾਨ ਦਿੰਦੇ ਗਏ। ਬਾਲਕ ਨੂੰ ਗੋਦੀ ਵਿੱਚ ਲੈ ਕੇ ਕਿਤਨੇ ਹੀ ਵਾਰ ਦਿੱਤੇ ਅਤੇ ਨਾਮ ਹਰਿਰਾਏ ਰੱਖਿਆ ਅਤੇ ਫਰਮਾਇਆ ਕਿ ਧਰਤੀ ਦਾ ਭਾਰ ਹੌਲਾ ਕਰਨ ਲਈ ਇਹ ਸੰਸਾਰ ਤੇ ਆਏ ਹਨ। 2 ਮਹੀਨੇ ਕੀਰਤਪੁਰ ਹੀ ਟਿਕੇ। ਉੱਥੇ ਹੀ ਸਨ ਕਿ ਭਾਈ ਸਾਧੂ ਦੇ ਪ੍ਰੇਮ ਦੇ ਖਿੱਚੇ ਡਰੋਲੀ ਆਏ। ਮਾਤਾ ਦਮੋਦਰੀ, ਸਾਈਂ ਦਾਸ, ਰਾਮੋ, ਦਇਆ ਕੌਰ, ਨਾਰਾਇਣ ਦਾਸ ਦਾ ਅਕਾਲ ਚਲਾਣਾ। ਡਰੋਲੀ ਵਿੱਚ ਪੁੱਜਦੇ ਹੀ ਮਾਤਾ ਦਮੋਦਰੀ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਦੱਸਿਆ ਅਤੇ ਗੁਰੂਪਤੀ ਦੀ ਅਸੀਸ ਲੈ ਕੇ ਅਕਾਲ ਚਲਾਣਾ ਕਰ ਗਏ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਅਤੇ ਸਭ ਨੂੰ ਨਾਮ ਜਪਣ ਦੀ ਆਗਿਆ ਕੀਤੀ। ਸਾਰੀ ਰਾਤ ਸ਼ਬਦ ਕੀਰਤਨ ਹੁੰਦਾ ਰਿਹਾ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਭਾਈ ਜੇਠਾ ਅਤੇ ਭਾਈ ਬਿਧੀ ਚੰਦ ਜੀ ਨੇ ਅਰਥੀ ਮੋਢਿਆਂ ਤੇ ਚੁੱਕ ਕੇ ਚਿਖਾ ਤੇ ਧਰੀ। ਭੈਣ ਰਾਮੋ ਦਾ ਇਤਨਾ ਪਿਆਰ ਸੀ ਕਿ ਉਸਨੇ ਵੀ ਉਸੇ ਦਿਨ ਸਵਾਸ ਦੇ ਦਿੱਤੇ, ਜਿਵੇਂ ਸੱਪ ਕੁੰਜ ਛੱਡਦਾ ਹੈ। ਰਾਮੋ ਜੀ ਦਾ ਅੰਤ ਹੁੰਦਾ ਦੇਖ ਭਾਈ ਸਾਈਂ ਦਾਸ ਵੀ ਚੜ੍ਹਾਈ ਕਰ ਗਏ। ਭਾਈ ਨਾਰਾਇਣ ਦਾਸ ਅਤੇ ਮਾਤਾ ਦਇਆ ਕੌਰ ਵੀ ਚੜ੍ਹਾਈ ਕਰ ਗਏ। ਇਤਨੀਆਂ ਮੌਤਾਂ ਸਾਹਮਣੇ ਹੋਣ ਤੇ ਵੀ ਗੁਰੂ ਜੀ ਧੀਰਜ ਦੀ ਮੂਰਤ ਸਨ। ਉਸ ਸਮੇਂ ਇਹ ਹੁਕਮ ਦਿੱਤਾ ਕਿ ਰੁਦਨ ਨਹੀਂ ਕਰਨਾ। ਇਹ ਸਭ ਭਾਣੇ ਵਿੱਚ ਹੋ ਰਿਹਾ ਹੈ। ਜਦ ਐਸੀ ਘਟਨਾ ਵਾਪਰੇ ਤਾਂ ਸਤਨਾਮ ਦਾ ਜਾਪ ਕਰੋ ਅਤੇ ਉਸੇ ਸਮੇਂ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰ ਦਿਓ। ਅਵਰ ਸਿੱਖ ਹਮਰੀ ਸੁਣ ਲੀਜੇ, ਕੋਈ ਮ੍ਰਿਤਕ ਕੁਲ ਰੁਦਨ ਨ ਕੀਜੇ। ਸਤਿਗੁਰ ਭਾਵੇ ਆਨੰਦ ਧਾਰੋ, ਸਤਨਾਮ ਮੁਖ ਮੰਤਰ ਉਚਾਰੋ। ਭੋਗ ਸ਼੍ਰੀ ਗੁਰੂ ਗ੍ਰੰਥ ਕਾ, ਪਾਵੋ ਡੇਰ ਨ ਲਾਏ। ਮਿਲਬੇ ਤੇ ਹਰਖੈ ਨ ਗਿਆਨੀ, ਵਿਛੜੇ ਸ਼ੋਕ ਨੂੰ ਦੁੱਖ ਕੋ ਜਾਣੀ। ਇਸ ਤਰ੍ਹਾਂ ਸਾਡੇ ਲਈ ਪੂਰਨੇ ਪਾ ਗਏ। ਤੀਜੀ ਜੰਗ। ਡਰੋਲੀ ਹੀ ਸਨ ਕਿ ਖਬਰ ਪੁੱਜੀ ਕਿ ਲੱਲਾ ਬੇਗ ਨੇ, ਜਿਸ ਨੂੰ ਨਕਸ਼ਬੰਦੀਆਂ ਦਾ ਮੋਢੀ ਮੁਜੱਦਦ ਅਹਿਮਦ ਸਰਹੰਦੀ ਚਿੱਠੀਆਂ ਲਿਖ ਹਮਲਾ ਕਰਨ ਲਈ ਕਹਿ ਰਿਹਾ ਸੀ ਕਿ ਕੁਫਰ ਨੂੰ ਮਿਟਾਇਆ ਜਾਏ, ਉਸਨੇ ਕਾਬਲ ਤੋਂ ਗੁਰੂ ਚਰਨਾਂ ਤੇ ਭੇਟ ਕਰਨ ਲਈ ਆਂਦੇ ਘੋੜੇ ਖੋਲੇ। ਬਿਧੀ ਚੰਦ ਜੀ ਨੂੰ ਗੁਰੂ ਜੀ ਨੇ ਥਾਪੀ ਦੇ ਕੇ ਟੋਰਿਆ। ਬਾਬਾ ਬਿਧੀ ਚੰਦ ਜੀ ਨੇ ਪਹਿਲੀ ਵਾਰੀ ਕਾਹੀ ਅਤੇ ਦੂਜੀ ਵਾਰੀ ਨਜੂਮੀ ਬਣ ਦੋਵੇਂ ਘੋੜੇ ਛੁਡਾ ਲਿਆਂਦੇ। ਲੱਲਾ ਬੇਗ ਨੇ ਹਮਲਾ ਬੋਲਿਆ ਤੇ ਨਥਾਣਾ ਦੇ ਸਥਾਨ ਤੇ ਨਵੰਬਰ 1631 ਨੂੰ ਹੀ ਗੁਰੂ ਜੀ ਹੱਥੋਂ ਮੌਤ ਦੇ ਘਾਟ ਉਤਰਿਆ। ਚੌਥੀ ਜੰਗ। ਸ਼ਾਹਜਹਾਨ ਬਾਦਸ਼ਾਹ ਬਣਨ ਉਪਰੰਤ ਪਹਿਲੀ ਵਾਰੀ ਲਾਹੌਰ ਵੱਲ 1633 ਈਸਵੀ ਨੂੰ ਚੱਲਿਆ, ਪਰ ਰਾਹ ਵਿੱਚੋਂ ਹੀ ਦਿੱਲੀ ਪਰਤ ਗਿਆ। ਉਸ ਤੱਕ ਗੁਰੂ ਜੀ ਵਿਰੁੱਧ ਬਹੁਤ ਸ਼ਿਕਾਇਤਾਂ ਪਹੁੰਚਾਈਆਂ ਗਈਆਂ, ਪਰ ਵਜ਼ੀਰ ਖਾਨ, ਜਿਸ ਲਾਹੌਰ ਦਾ ਨਵਾਬ ਥਾਪ ਦਿੱਤਾ ਗਿਆ ਸੀ, ਉਸ ਇਹ ਕਹਿ ਕੇ ਬਾਦਸ਼ਾਹ ਨੂੰ ਚੁੱਪ ਕਰਵਾਇਆ ਕਿ ਗੁਰੂ ਕੋਈ ਮੱਲਾ ਨਹੀਂ ਮਾਰ ਰਹੇ, ਨਾ ਹੀ ਪਾਸ ਖਜ਼ਾਨਾ ਰੱਖਦੇ ਹਨ। ਪੀਰਾਂ ਫਕੀਰਾਂ ਨਾਲ ਬਾਦਸ਼ਾਹ ਦਾ ਵੈਰ ਸੋਭਦਾ ਨਹੀਂ, ਫਕੀਰਾਂ ਦੀਆਂ ਦੁਆਵਾਂ ਹੀ ਲੈਣੀਆਂ ਸ਼ੋਭਦੀਆਂ ਹਨ। ਸੁਨ ਪਾਤਸ਼ਾਹ ਵਿਚਾਰ, ਪੁਨ ਫੌਜ ਪਠਾਈ ਨਾ। ਵਜ਼ੀਰ ਖਾਨ ਦੋਖੀਆਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਪਰ ਪੈਂਦੇ ਖਾਨ ਨੇ ਜਲੰਧਰ ਦੇ ਸੂਬੇਦਾਰ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਸਾਰੀ ਸ਼ਕਤੀ ਗੁਰੂ ਦੀਆਂ ਫੌਜਾਂ ਵਿੱਚ ਉਸੇ ਕਰਕੇ ਹੈ। ਸੋ ਪੈਂਦੇ ਖਾਨ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਹੱਥੋਂ ਮਾਰਿਆ ਗਿਆ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਜਦ ਨਗਾਰੇ ਵੱਜੇ ਤਾਂ ਬਾਬਾ ਗੁਰਦਿੱਤਾ ਜੀ ਨੇ ਹੁਕਮ ਮੰਗਿਆ ਤਾਂ ਮਹਾਰਾਜ ਨੇ ਕਿਹਾ, ਅੱਜ ਯੁੱਧ ਸਾਡਾ ਹੈ, ਤੁਸੀਂ ਦੇਖੋ। ਪੈਂਦੇ ਖਾਂ ਦੀ ਮੌਤ ਉਪਰੰਤ ਬਾਬਾ ਜੀ ਨੇ ਫੌਜ ਵਿੱਚ ਜਦ ਘੋੜੇ ਨੂੰ ਫੇਰਿਆ ਤਾਂ ਸਭ ਦੋਖੀ ਭੱਜ ਉੱਠੇ। ਇਹ ਜੰਗ 1634 ਈਸਵੀ ਨੂੰ ਹੋਇਆ ਸੀ। ਇਸ ਜੰਗ ਦੀ ਨਿਰਾਲੀ ਬਾਤ ਇਹ ਸੀ ਕਿ ਗੁਰੂ ਮਹਿਲਾਂ ਨੇ ਅੱਖੀਂ ਸਾਰਾ ਜੰਗ ਕੋਠਿਆਂ ਦੀਆਂ ਛੱਤਾਂ ਤੇ ਮਮਟੀਆਂ ਤੇ ਚੜ੍ਹ ਡਿੱਠਾ ਸੀ। ਗੁਰੂ ਤੇਗ ਬਹਾਦਰ ਜੀ ਵੀ ਛੋਟੀ ਉਮਰ ਦੇ ਬਾਵਜੂਦ ਲੜੇ ਸਨ। ਗੁਰੂ ਹਰਿਰਾਏ ਜੀ ਨੇ ਵੀ ਇਹ ਜੰਗ ਅੱਖੀਂ ਡਿੱਠਾ ਸੀ। ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ।
ਕਰਤਾਰਪੁਰ ਤੋਂ ਗੁਰੂ ਜੀ ਨੇ ਹੁਣ ਸਦੀਵੀ ਟਿਕਾਣਾ ਕੀਰਤਪੁਰ ਹੀ ਬਣਾਉਣ ਦਾ ਫੈਸਲਾ ਕਰ ਲਿਆ। ਬਾਬਾ ਗੁਰਦਿੱਤਾ ਜੀ ਨੂੰ ਕਿਹਾ, ਦੁਬਿਧਾ ਤੁਰਕ ਸਿਉਂ ਲੱਗੀ ਹੋਈ ਹੈ, ਦਰਵਾਜ਼ੇ ਉੱਪਰ ਲਾਹੌਰ ਹੈ। ਪਹਾੜਾਂ ਵਿੱਚ ਪ੍ਰਚਾਰ ਦਾ ਸਦਕਾ ਜੁਰਤ ਐਸੀ ਪੈਦਾ ਹੋਈ ਕਿ ਸਭ ਨੇ ਦਿੱਲੀ ਵੱਲ ਤੱਕਣਾ ਛੱਡ ਦਿੱਤਾ। ਇੱਥੋਂ ਤੱਕ ਕਿ ਰਾਜੇ ਗੁਰੂ ਜੀ ਪਾਸ ਹੀ ਸਫੀਰ ਦੇ ਦੂਤ ਭੇਜਦੇ ਸਨ। ਮੌਸਨ ਫਾਨੀ ਨੇ ਜ਼ਿਕਰ ਕੀਤਾ ਹੈ ਕਿ ਇੱਕ ਪਹਾੜੀ ਰਾਜੇ ਦੇ ਦੂਤ ਨੇ ਪੁੱਛਿਆ ਕਿ ਸੁਣਿਆ ਹੈ ਕਿ ਕੋਈ ਦਿੱਲੀ ਨਾਂ ਦਾ ਸ਼ਹਿਰ ਹੈ, ਉੱਥੋਂ ਦੇ ਰਾਜੇ ਦਾ ਨਾਮ ਕੀ ਹੈ ਤੇ ਉਹ ਕਿਸ ਰਾਜੇ ਦਾ ਬੇਟਾ ਹੈ। ਬਾਬਾ ਗੁਰਦਿੱਤਾ ਜੀ ਨੇ ਪ੍ਰਚਾਰ ਦੇ ਕਾਰਜ ਨੂੰ ਇਤਨਾ ਸੰਗਠਿਤ ਕਰ ਦਿੱਤਾ ਸੀ ਕਿ ਪ੍ਰਚਾਰਕ ਵੀ ਜੁਰਤ ਦੀ ਮੂਰਤ ਤੇ ਸ਼ਰਧਾ ਵਿੱਚ ਭਿੱਜੇ ਹੋਏ ਸਨ। ਬਾਬਾ ਜੀ ਬਹੁਤ ਹੀ ਵਡਿਆਈਆਂ ਤੇ ਬਰਕਤਾਂ ਦੇ ਮਾਲਕ ਸਨ, ਪਰ ਜਿਸ ਅਜਰ ਵਸਤੂ ਨੂੰ ਪਾਉਣਾ ਸੀ ਉਸ ਲਈ ਸਭ ਤੋਂ ਪਹਿਲੀ ਕਸਵੱਟੀ ਜਰਨਾ ਹੈ। ਇੱਕ ਦਿਨ ਸ਼ਿਕਾਰ ਖੇਡਦੇ ਬਾਬਾ ਜੀ ਦੇ ਤੀਰ ਨਾਲ ਧੁੰਦਲ ਕੇ ਕਾਰਨ ਗਾਂ ਦਾ ਸ਼ਿਕਾਰ ਹੋ ਗਿਆ। ਗਾਂ ਨੂੰ ਸਾਹਮਣੇ ਮਰੀ ਹੋਈ ਦੇਖ ਕਮਾਨ ਦੀ ਨੋਕ ਨਾਲ ਮੁਰਦਾ ਗਊ ਨੂੰ ਜਵਾਲ ਦਿੱਤਾ। ਸਾਥੀ ਸਿੱਖਾਂ ਨੇ ਬੜੇ ਚਾਅ ਨਾਲ ਗੁਰੂ ਹਰਗੋਬਿੰਦ ਨੂੰ ਪੁੱਤਰ ਦੀ ਵਡਿਆਈ ਸੁਣਾਈ ਤਾਂ ਆਪ ਜੀ ਨੇ ਗੁਰਦਿੱਤਾ ਜੀ ਨੂੰ ਕੋਲ ਬੁਲਾ ਕੇ ਕਿਹਾ ਕਿ ਇਹ ਤੁਸਾਂ ਕੀ ਕੀਤਾ। ਕਰਾਮਾਤ ਦਿਖਾਏ ਕੇ ਚਹਿ ਖਲਕ ਨਿਵਾਈ, ਮਿੱਤਰ ਜਿਵਾਈ ਧੇਨ ਤੁਮ ਬਲ ਨਹਿ ਸਕੇ ਸੰਭਾਰ। ਬਾਬਾ ਜੀ ਜਾਣਦੇ ਸਨ ਕਿ ਗੁਰੂ ਘਰ ਕਰਾਮਾਤ ਨੂੰ ਕਹਿਰ ਗਿਣਦਾ ਹੈ। ਕਰਾਮਾਤ ਦਿਖਲਾਉਣ ਕਾਰਨ ਹੀ ਪਹਿਲਾਂ ਬਾਬਾ ਅਟਲ ਰਾਏ ਨੇ ਸੀਸ ਦਿੱਤਾ ਸੀ ਅਤੇ ਹੁਣ ਗੁਰੂ ਜੀ ਨੇ ਬਹੁਤ ਗੁੱਸਾ ਬਣਾਇਆ ਹੈ। ਗੁਰੂ ਜੀ ਕਰਾਮਾਤ ਦਿਖਲਾਉਣ ਨੂੰ ਰੱਬ ਦੀ ਸ਼ਰੀਕੀ ਸਮਝਦੇ ਸਨ। ਇੱਕ ਵਾਰੀ ਭਾਈ ਜੇਠਾ ਜੀ ਨੇ ਵੀ ਬੜਾ ਬੋਲ ਬੋਲਿਆ ਸੀ ਤਾਂ ਆਪ ਜੀ ਨੇ ਉਸ ਨੂੰ ਇੱਕ ਲੋਟਾ ਪਾਣੀ ਦਾ ਵਗਦੇ ਦਰਿਆ ਵਿੱਚੋਂ ਲੈ ਆਉਣ ਦਾ ਹੁਕਮ ਦਿੱਤਾ ਸੀ। ਫਿਰ ਕਿਹਾ ਸੀ ਕਿ ਲੋਟੇ ਦੇ ਜਲ ਨੂੰ ਦਰਿਆ ਵਿੱਚ ਹੀ ਡੋਲ ਆ। ਜਦ ਉਹ ਐਸਾ ਹੀ ਕਰ ਆਇਆ ਜੈਸੇ ਗੁਰੂ ਦਾ ਫਰਮਾਨ ਸੀ ਤਾਂ ਗੁਰੂ ਜੀ ਨੇ ਪੁੱਛਿਆ ਕਿ ਜਲ ਦਰਿਆ ਵਿੱਚ ਪਾਉਣ ਨਾਲ ਦਰਿਆ ਵਿੱਚ ਪਾਣੀ ਵਧਿਆ ਦੇਖਿਆ ਹੈ ਅਤੇ ਕੱਢਣ ਨਾਲ ਘਟਿਆ ਮਹਿਸੂਸ ਕੀਤਾ ਹੈ। ਜੇਠਾ ਜੀ ਦੇ ਨਹੀਂ ਸੱਚੇ ਪਾਤਸ਼ਾਹ ਕਹਿਣ ਤੇ ਫਰਮਾਇਆ, ਗੁਰੂ ਦਰਿਆ ਸਮਾਨ ਹੈ ਅਤੇ ਇਹ ਜੋ ਕਰਾਮਾਤਾਂ ਦਿਖਾਈ ਫਿਰਦੇ ਹਨ ਇਹ ਲੋਟੇ ਦੇ ਜਲ ਸਮਾਨ ਹਨ। ਕਰਾਮਾਤ ਦਿਖਰਾਵਣੀ ਹੈ ਕਹਿਰ ਜ਼ਰੂਰੀ, ਪ੍ਰਭੂ ਰਜਾਏ ਮਿਟਾਏ ਕੇ ਪਰਨੋਂ ਹੈ ਦੂਰੀ। ਬਾਬਾ ਗੁਰਦਿੱਤਾ ਜੀ ਨਿਮਰ ਹੋ ਬਚਨ ਸੁਣਦੇ ਰਹੇ। ਚੁੱਪ ਚਪੀਤੇ ਉੱਠੇ ਅਤੇ ਬੁੱਢਣ ਸ਼ਾਹ ਦੀ ਸਮਾਤ ਲਾਗੇ ਜਾ ਲੇਟ ਗਏ ਅਤੇ ਸਵਾਸ ਚੜਾ ਲਏ। ਕੀਓ ਧਨ ਨਿਜ ਦੇਹ ਤਜਾਏ, ਪਰਮ ਧਾਮ ਨਿਜ ਰੂਪ ਸਮਾਏ। ਗੁਰੂ ਜੀ ਨੇ ਜਦ ਸੁਣਿਆ ਤਾਂ ਆਪੂ ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਵਰਤਾਇਆ। ਸਭ ਨੂੰ ਭਾਣੇ ਵਿੱਚ ਰਹਿਣ ਦੀ ਆਗਿਆ ਕੀਤੀ। ਧੀਰ ਮੱਲ ਵੱਲ ਸੁਨੇਹੇ ਘੱਲੇ ਅਤੇ ਪਾਠ ਦਾ ਭੋਗ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਵੀ ਅਦਬ ਸਾਹਿਤ ਭੇਜਣ ਦੀ ਆਗਿਆ ਕੀਤੀ। ਨਾ ਤਾਂ ਉਹ ਆਪੂ ਆਇਆ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਭੇਜਿਆ। ਗੁਰੂ ਹਰਗੋਬਿੰਦ ਜੀ ਨੇ ਪੱਗ ਗੁਰੂ ਹਰ ਰਾਏ ਜੀ ਸਿਰ ਬੰਨ੍ਹ ਦਿੱਤੀ ਅਤੇ ਉਹਨਾਂ ਨੂੰ ਆਪਣੀ ਦੇਖ ਰੇਖ ਵਿੱਚ ਲੈ ਲਿਆ। ਸਦਾ ਸੰਗ ਰਾਖੇ। ਭਾਵੇਂ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਸਮੇਂ ਹੀ ਗੁਰੂ ਹਰਗੋਬਿੰਦ ਜੀ ਨੇ ਬਚਨ ਕਰ ਦਿੱਤੇ ਸਨ ਕਿ ਵੱਡੀ ਵਸਤੂ ਦਾ ਗਾਹਕ ਆਇਆ ਹੈ, ਪਰ ਫਿਰ ਵੀ ਉਸ ਵਸਤੂ ਨੂੰ ਵਿਝਾਉਣ ਲਈ ਘਾੜਤ ਘੜਨੀ ਆਰੰਭ ਕਰ ਦਿੱਤੀ। ਗੁਰੂ ਹਰ ਰਾਏ ਜੀ ਨੂੰ ਸਾਰਾ ਦਿਨ ਅਤੇ ਸਭ ਸਮੇਂ ਨਾਲ ਹੀ ਰੱਖ ਕੇ ਆਪ ਹੀ ਪੜ੍ਹਾਉਂਦੇ ਲਿਖਾਉਂਦੇ, ਸ਼ਸਤਰ ਵਿੱਦਿਆ ਸਿਖਲਾਉਂਦੇ, ਘੋੜ ਸਵਾਰੀ ਕਰਾਉਂਦੇ, ਕੀਰਤਨ ਹੁੰਦੇ, ਵਾਰਾਂ ਗਾਉਂਦੇ ਕੋਲ ਹੀ ਬਿਠਾਉਂਦੇ। ਇੱਥੋਂ ਤੱਕ ਕਿ ਜਦ ਕਥਾ ਤਖਤ ਤੇ ਬੈਠ ਕੇ ਆਪੂ ਕਰਦੇ ਉਸ ਵਕਤ ਵੀ ਕੋਲ ਹੀ ਬਿਠਾਲਦੇ। ਜਦ ਗੁਰੂ ਬੈਠ ਦੀਵਾਨ ਮੇ ਭਾਖਤ ਕਥਾ ਵੈਰਾਗ, ਸਦਾ ਸੰਗ ਰਾਖੇ ਪ੍ਰਭੂ ਹਰ ਰਾਏ ਵੱਡ ਭਾਗ। ਗੁਰੂ ਹਰ ਰਾਏ ਜੀ ਜਰਾ ਵੀ ਆਰਾਮ ਨਾ ਕਰਦੇ, ਸਗੋਂ ਜਦ ਵੀ ਸਮਾਂ ਮਿਲਦਾ ਸੇਵਾ ਵਿੱਚ ਜੁੜ ਜਾਂਦੇ। ਲੰਗਰ ਪਾਉਣ ਸਮੇਂ ਗੁਰੂ ਜੀ ਜਦ ਬੈਠਦੇ ਤਾਂ ਨਾਲ ਹੀ ਬਿਠਾਲ ਲੈਂਦੇ। ਆਪਣੀ ਥਾਲੀ ਵਿੱਚੋਂ ਸ਼ੀਤ ਪ੍ਰਸ਼ਾਦ ਵੀ ਦਿੰਦੇ। ਹਰ ਰਾਏ ਕੋ ਨਿਕਟ ਬਹਾਵੇ, ਸ਼ੀਤ ਭੋਗ ਦੇ ਹਰਖ ਧਰਾਵੇ। ਆਪ ਜੀ ਨਾਲ ਗਿਆਨ, ਵਿਰਾਗ, ਤਤ ਮੂਲ ਅਤੇ ਸੱਚ ਦੀ ਚਰਚਾ ਵੀ ਕਰਦੇ ਰਹਿੰਦੇ। ਕੋਮਲ ਹਿਰਦੇ ਦੇ ਪ੍ਰਭਾਵ, ਕਿਤਨਾ ਕੁ ਪ੍ਰਭਾਵ ਗੁਰੂ ਹਰ ਰਾਏ ਜੀ ਕਬੂਲ ਰਹੇ ਸਨ, ਇਸ ਦਾ ਕੁਝ ਕੁ ਪਤਾ ਉਹਨਾਂ ਸਾਖੀਆਂ ਤੋਂ ਲੱਗ ਸਕਦਾ ਹੈ ਜੋ ਗੁਰੂ ਹਰ ਰਾਏ ਜੀ ਸਾਹਮਣੇ ਅਤੇ ਉਹਨਾਂ ਨਾਲ ਵਾਪਰ ਰਹੀਆਂ ਸਨ। ਗੁਰੂ ਹਰਗੋਬਿੰਦ ਜੀ ਦਾ ਕਰਮ ਸੁਭਾਅ ਸੀ ਕਿ ਲੰਗਰ ਪਾਉਣ ਵੇਲੇ ਆਪਣੀ ਥਾਲੀ ਵਿੱਚੋਂ ਹੀ ਕੁਝ ਗਰਾਈਆਂ ਕੱਢ ਪੰਛੀਆਂ ਨੂੰ ਜ਼ਰੂਰ ਚੋਗ ਚੁਗਾਉਂਦੇ। ਕਈ ਪੰਛੀ ਇਕੱਠੇ ਹੋ ਜਾਂਦੇ ਅਤੇ ਕਈ ਵਾਰ ਤਾਂ ਇਤਨੀ ਨੇੜੇ ਕਿ ਸੰਭਾਲਣਾ ਵੀ ਮੁਸ਼ਕਿਲ ਹੋ ਜਾਂਦਾ, ਪਰ ਧੀਰਜਵਾਨ ਗੁਰੂ ਜੀ ਕਿਸੇ ਵੀ ਪੰਛੀ ਨੂੰ ਨਾ ਹੋੜਦੇ। ਲਾਂਗਰੀ ਸੇਵਾਦਾਰ ਹਟਾਉਂਦਾ ਰਹਿੰਦਾ। ਇੱਕ ਭਾਈ ਕਾਕੂ ਨਾਂ ਦੇ ਲਾਂਗਰੀ ਨੇ ਇੱਕ ਕਾਂ ਨੂੰ ਇੱਕ ਵਾਰੀ ਹਟਾਇਆ, ਪਰ ਉਹ ਟੱਪ ਟੱਪ ਥਾਲ ਤੇ ਪਵੇ। ਕਾਕੂ ਨੇ ਗੁਲੇਲ ਨਾਲ ਮਾਰਿਆ ਅਤੇ ਉਹ ਜ਼ਖਮੀ ਹੋ ਗਿਆ।
ਕਾਂ ਅਗਲੇ ਦਿਨ ਜਦ ਨੇੜੇ ਆਏ ਤਾਂ ਮਹਾਰਾਜ ਨੇ ਪੁੱਛਿਆ ਕਿ ਇਸ ਨੂੰ ਕੀ ਹੋਇਆ ਹੈ। ਦੱਸਣ ਤੇ ਕਿ ਸੇਵਾਦਾਰ ਨੇ ਗੁਲੇਲ ਦੀ ਢੀਮ ਮਾਰੀ ਹੈ ਤਾਂ ਬੜੇ ਗੁੱਸੇ ਹੋਏ। ਫੱਟੜ ਕਾਂ ਦਾ ਇਲਾਜ ਕੀਤਾ ਤੇ ਨਰੋਆ ਕਰਕੇ ਹੱਥੀਂ ਚੋਗ ਪਾਈ। ਗੁਰੂ ਹਰ ਰਾਏ ਜੀ ਤੇ ਐਸਾ ਪ੍ਰਭਾਵ ਪਿਆ ਕਿ ਉਹ ਸ਼ਿਕਾਰ ਤੇ ਜਾਂਦੇ ਪਰ ਜਿੰਦਾ ਹੀ ਸ਼ਿਕਾਰ ਪਕੜ ਕੇ ਲਿਆਉਂਦੇ। ਜੇ ਕੋਈ ਫੱਟੜ ਹੋ ਜਾਂਦਾ ਤਾਂ ਉਸ ਦੀ ਮਰਮ ਪੱਟੀ ਆਪ ਕਰਦੇ। ਸਾਰੀ ਜ਼ਿੰਦਗੀ ਦਾ ਇਹ ਸੁਭਾਅ ਬਣ ਗਿਆ। ਗਵਾਹੀ ਵੀ ਹੈ, ਬਣਪਸ ਪੰਖੀ ਖੇਦ ਬਸ ਕਰੇ, ਕੋਊ ਨ ਮਾਰੇ ਜੀਵਤ ਬਰੇ। ਗੁਰੂ ਹਰਗੋਬਿੰਦ ਜੀ ਦੀ ਨਿਮਰਤਾ, ਦਲੇਰੀ, ਸਿੱਖਾਂ ਨਾਲ ਪਿਆਰ, ਸੰਜਮ ਦੀ ਛਾਪ ਨਿੱਤ ਉਹਨਾਂ ਤੇ ਪੈ ਰਹੀ ਸੀ। ਉਹ ਦੇਖਦੇ ਸਨ ਕਿ ਉਂਝ ਤਾਂ ਗੁਰੂ ਜੀ ਉਹਨਾਂ ਨੂੰ ਹਰ ਸਮੇਂ ਨਾਲ ਰੱਖਦੇ ਹਨ, ਪਰ ਜਦ ਪਾਠ ਕਰਦੇ ਹਨ ਤਾਂ ਉਸ ਸਮੇਂ ਕੋਲ ਕਿਸੇ ਨੂੰ ਨਹੀਂ ਬੈਠਣ ਦਿੰਦੇ, ਸ਼ਬਦ ਵਿੱਚ ਹੀ ਲੀਨ ਹੋ ਜਾਂਦੇ ਹਨ। ਫਿਰ ਸ਼ਾਸਤਰਾਂ ਨੂੰ ਆਪ ਬੜਾ ਆਦਰ ਦਿੰਦੇ ਸਨ, ਆਪੂ ਰੁਮਾਲ ਨਾਲ ਪੂੰਝ ਕੇ ਅੰਗ ਲਗਾਉਂਦੇ ਹਨ। ਉਪਦੇਸ਼ ਬਾਣੀ ਵਿੱਚੋਂ ਅਤੇ ਸਦਾ ਸੰਗਤ ਨੂੰ ਕਹਿੰਦੇ ਕਿ ਸ਼ਬਦ ਦੀ ਬੇੜੀ ਚੜ੍ਹਿਆਂ ਹੀ ਭਵਸਾਗਰ ਤੋਂ ਪਾਰ ਹੋ ਸਕੀਦਾ ਹੈ। ਕਿਤਨੇ ਹੀ ਸਾਧੂ, ਫਕੀਰ, ਸੰਤ, ਮਹਾਤਮਾ ਪ੍ਰਭੂ ਰਾਹ ਦੇ ਢੰਡਾਊ ਉਹਨਾਂ ਪਾਸ ਆਉਂਦੇ ਸਨ। ਦੋ ਬਚਨ ਹੀ ਆਖ ਸਭ ਦੀ ਗੁਰੂ ਜੀ ਤਸੱਲੀ ਕਰਾ ਦਿੰਦੇ। ਇੱਕ ਸੱਜਣ ਨੇ ਦੁਨੀਆ ਦੀ ਅਸਲੀਅਤ ਅਤੇ ਵਾਹਿਗੁਰੂ ਦੀ ਹੋਂਦ ਬਾਰੇ ਪੁੱਛਿਆ ਤਾਂ ਸ਼ਟਮ ਪੀਰ ਨੇ ਕਿਹਾ ਕਿ ਸਭ ਕੂੜ ਦਾ ਪਸਾਰਾ ਹੈ, ਸਿਰਫ ਹਕੀਕਤ ਖੁਦਾ ਹੈ। ਇਹ ਬੁੱਤ ਦੇ ਦੇਵਤੇ ਸਭ ਖਿਆਲੀ ਚੀਜ਼ਾਂ ਹਨ। ਗੁਰੂ ਹਰਗੋਬਿੰਦ ਜੀ ਗੁਰੂ ਨਾਨਕ ਜੀ ਦਾ ਇਹ ਸ਼ਬਦ ਵਿਸ਼ੇਸ਼ ਕਰਕੇ ਪੜ੍ਹਦੇ ਸਨ। ਛੋਡੇ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ, ਸਾਕਤ ਕੂੜ ਪਛੈ ਮਨ ਹਿਉਮੈ, ਦੋਹ ਮਾਰਗ ਪਚੇ ਪਚਾਈ ਹੈ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਸਾਹਿਬ ਬੜਾ ਆਦਰ ਦਿੰਦੇ। ਕਿਤਨੇ ਰਾਜਿਆਂ ਨੇ ਵੀ ਗੁਰੂ ਜੀ ਦੀ ਸ਼ਰਨ ਤੱਕੀ ਸੀ, ਜਿਨ੍ਹਾਂ ਵਿੱਚ ਪ੍ਰਤਾਪ ਸਿੰਘ ਜੈਪੁਰ ਦਾ ਰਾਣਾ, ਸ਼ਿਵ ਸਿੰਘ ਜੈਸਲਮੇਰ ਦੇ ਰਾਜੇ, ਹੇਮੂ ਦਾ ਪੋਤਰਾ ਮੰਗਲ ਸ਼ਾਹ, ਗੱਲ ਕੀ ਜੋ ਆਵੇ ਤਿਸ ਕੋ ਗੁਰੂ ਨਿਜ ਸ਼ਰਨ ਰਖਾਵੇ। ਹਰ ਵੇਲੇ ਮੇਲਾ ਲੱਗਿਆ ਰਹਿੰਦਾ ਸੀ, ਪਰ ਆਪ ਜੀ ਸਦਾ ਨਿਜ ਘਰ ਟਿਕੇ ਰਹਿੰਦੇ ਸਨ। ਦਾਮਨ ਸੰਕੋਚ ਚਲੋ। ਗੁਰੂ ਹਰਗੋਬਿੰਦ ਜੀ ਜੋ ਵੀ ਬਚਨ ਕਰਦੇ, ਗੁਰੂ ਹਰ ਰਾਏ ਜੀ ਉਹਨਾਂ ਤੇ ਨਾ ਸਿਰਫ ਟੁਰਦੇ ਸਗੋਂ ਪਹਿਰਾ ਦਿੰਦੇ। ਇੱਕ ਸਮਾਂ ਐਸਾ ਹੋਇਆ ਕਿ ਗੁਰੂ ਜੀ ਅਤੇ ਹਰ ਰਾਏ ਜੀ ਬਾਗਾਂ ਦੀ ਸੈਰ ਨੂੰ ਜਾ ਰਹੇ ਸਨ। ਬੇਮੌਸਮਾ ਇੱਕ ਫੁੱਲ ਖਿੜਿਆ ਦੇਖ ਆਪ ਜੀ ਨੇ ਫੁੱਲ ਤੇ ਮਾਲੀ ਦੀ ਸਰਾਹਨਾ ਕੀਤੀ। ਜਦ ਸੈਰ ਤੋਂ ਵਾਪਸ ਮੁੜੇ ਤਾਂ ਫੁੱਲ ਨੂੰ ਟਹਿਣੀ ਨਾਲ ਨਾ ਦੇਖ ਕੇ ਅਚਰਜ ਹੋਏ ਅਤੇ ਪੁੱਛ ਬੈਠੇ ਕਿ ਫੁੱਲ ਕਿੱਥੇ ਗਿਆ। ਅੰਗ ਰੱਖਿਅਕ ਨੇ ਕਿਹਾ ਆਪ ਜੀ ਦੇ ਪੋਤਰੇ ਦੇ ਕਲੀਆਂ ਵਾਲੇ ਚੋਲੇ ਨਾਲ ਅੜ ਕੇ ਡਿੱਗ ਪਿਆ ਸੀ ਅਤੇ ਪੈਰਾਂ ਹੇਠ ਮਸਲਿਆ ਗਿਆ। ਗੁਰੂ ਹਰਗੋਬਿੰਦ ਜੀ ਨੇ ਪਾਸ ਬੁਲਾਇਆ ਅਤੇ ਕੇਵਲ ਇਤਨਾ ਫਰਮਾਇਆ, ਦਾਮਨ ਸੰਕੋਚ ਚਲੋ। ਜਾਮਾ ਵੱਡਾ ਪਹਿਨਿਆ ਹੋਵੇ ਤਾਂ ਸੰਭਾਲ ਕੇ ਟੁਰੋ, ਕੁਝ ਪ੍ਰਾਪਤ ਹੋ ਜਾਏ ਤਾਂ ਦੂਜਿਆਂ ਨੂੰ ਮੋਢੇ ਨਾ ਮਾਰੋ, ਪਾ ਕੇ ਜਰਨਾ ਹੀ ਗੁਰੂ ਘਰ ਦੀ ਉਚਿਤਤਾ ਹੈ। ਇਹ ਬਚਨ ਗੁਰੂ ਹਰ ਰਾਏ ਜੀ ਨੇ ਪੱਲੇ ਬੰਨ੍ਹ ਲਿਆ ਅਤੇ ਸਾਰੀ ਉਮਰ ਹੀ ਜਬ ਕਬ ਚਲੋ ਸੰਕੋਚ ਅਤੇ ਸੰਜਮ ਧਾਰੀ ਰੱਖਿਆ। ਇਤਿਹਾਸਕਾਰ ਇਸੇ ਲਈ ਵਡਿਆਈ ਕਰਦੇ ਲਿਖਦੇ ਹਨ, ਅਲਪ ਉਮਰ ਮੈਂ ਬਡ ਮਤ ਪਾਈ, ਲੈ ਰਿਝਾਏ ਸੇਵ ਜਗ ਸਾਈ। ਸੁਭਾ ਗੁਰੂ ਹਰ ਰਾਏ ਜੀ ਦੀ ਬਾਲ ਲੀਲਾ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਅਤੇ ਹੁਣ ਸੰਗਤਾਂ ਵਿੱਚ ਹਰ ਰਾਏ ਜੀ ਦੀ ਸੋਭਾ ਕਰਦੇ। ਗੁਰੂ ਹਰ ਰਾਏ ਪ੍ਰੇਮ ਦੀ ਮੂਰਤ ਸਨ। ਭਗਤ ਸਰੂਪ ਵੈਰਾਗ ਉਹਨਾਂ ਦ੍ਰਿੜ ਕਰ ਲਿਆ ਸੀ। ਸਦਾ ਰਜਾ ਵਿੱਚ ਰਹਿੰਦੇ ਅਤੇ ਗਿਆਨ ਦੀ ਕੋਈ ਗੱਲ ਕਰਦੇ ਤਾਂ ਰਸ ਪੈਦਾ ਕਰ ਦਿੰਦੇ। ਮੋਦਕ ਗਿਆਨ ਦਾ ਸ਼ਬਦ ਮਹਿਮਾ ਪ੍ਰਕਾਸ਼ ਨੇ ਵਰਤਿਆ ਹੈ। ਚਿੱਤ ਟਿਕਿਆ ਅਤੇ ਚਿਹਰੇ ਤੇ ਸ਼ਾਂਤੀ ਵਸਦੀ ਹਰ ਕੋਈ ਦੇਖ ਸਕਦਾ ਸੀ। ਨਿਰਵਿਕਲਪ ਅਤੇ ਅਨਭੈ ਸ਼ਬਦ ਸੀ। ਉਨਮਣੀ ਅਵਸਥਾ ਸੀ ਅਤੇ ਕੀਰਤਨ ਕਰਦੇ ਤੇ ਸੁਣਦੇ ਸ਼ਬਦ ਦਾ ਰੂਪ ਹੀ ਦਿਸਦੇ ਸਨ। ਇਤਨੇ ਨਿਮਰ ਸਨ ਕਿ ਸਦਾ ਅੱਖ ਨੀਵੀਂ ਅਤੇ ਗੁਰੂ ਦੇ ਚਰਨਾਂ ਵੱਲ ਧਿਆਨ ਰੱਖਦੇ। ਗੁਰਦੇਵ ਪਿਤਾ ਮਹਿ ਕੀ ਕਰ ਸੇਵ, ਮਾਣ ਪ੍ਰਾਪਤ ਕੀਤੇ ਅਤੇ ਉੱਚ ਪਦਵੀ ਲਈ। ਇਸੇ ਨਿਮਰਤਾ ਨੂੰ ਹੀ ਫਲ ਲੱਗਾ ਅਤੇ ਗੁਰੂ ਹਰਗੋਬਿੰਦ ਜੀ ਨੇ ਆਪਣਾ ਨਿਰਣਾ ਦੱਸ ਦਿੱਤਾ ਕਿ ਇਸ ਭਾਰੀ ਜ਼ਿੰਮੇਵਾਰੀ ਨੂੰ ਚੁੱਕਣ ਯੋਗ ਗੁਰੂ ਹਰ ਰਾਏ ਜੀ ਹੀ ਹਨ। ਭਾਗ ਤੀਜਾ, ਪੋਤਰਾ ਪ੍ਰਵਾਨ। ਬਾਬਾ ਧੀਰਮਲ ਦੀ ਈਰਖਾ। ਜਦ ਇਹ ਪ੍ਰਗਟ ਹੋ ਗਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਜੀ ਨੇ ਗੁਰੂ ਹਰ ਰਾਏ ਜੀ ਨੂੰ ਸੌਂਪਣ ਦਾ ਫੈਸਲਾ ਕਰ ਲਿਆ ਹੈ ਤਾਂ ਬਾਬਾ ਧੀਰਮਲ ਨੇ ਸਾਜ਼ਿਸ਼ਾਂ ਆਰੰਭ ਕਰ ਦਿੱਤੀਆਂ। ਈਰਖਾ ਦੀ ਅੱਗ ਵਿੱਚ ਤਾਂ ਪਹਿਲਾਂ ਹੀ ਸੜ ਰਹੇ ਸਨ, ਪਰ ਹੁਣ ਲਾਹੌਰ ਤੇ ਦਿੱਲੀ ਵੱਲ ਦੇਖਣ ਲੱਗ ਪਏ। ਗੁਰੂ ਜੀ ਨੇ ਕਈ ਵਾਰੀ ਕੀਰਤਪੁਰ ਬੁਲਾਇਆ, ਪਰ ਉਹਨਾਂ ਆਉਣਾ ਕੀ ਸੀ, ਸਗੋਂ ਇਹ ਕਹਿਲਾ ਭੇਜਿਆ ਕਿ ਸਭ ਕੁਝ ਬਲ ਨਾਲ ਹਾਸਿਲ ਕਰਾਂਗਾ। ਧੀਰਮਲ ਨੂੰ ਇਹ ਖਿਆਲ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ
ਆਦਿ ਬੀੜ ਉਸ ਪਾਸ ਹੋਣ ਕਾਰਨ ਸਿੱਖਾਂ ਵਿੱਚ ਭੁਲੇਖਾ ਪਾਇਆ ਜਾ ਸਕੇਗਾ, ਪਰ ਉਹ ਭੁੱਲ ਗਏ ਕਿ ਸੰਗਤਾਂ ਨੂੰ ਕੋਈ ਵਰਗਲਾ ਨਹੀਂ ਸੀ ਸਕਦਾ। ਹਰ ਕੋਈ ਜਾਣਦਾ ਸੀ ਕਿ ਆਦ ਜੁਗਾਦ ਬਖੀਲੀ ਕਿਸੇ ਦਾਤ ਨਹੀਂ ਪਾਈ। ਇਹ ਤਾਂ ਪਰਮੇਸ਼ਰ ਵੱਲੋਂ ਹੁੰਦੀ ਸੀ ਅਤੇ ਸਦਾ ਸੇਵਕ ਨੂੰ ਹੀ ਤਾਰੀ ਜਾਣੀ ਸੀ। ਇੱਥੇ ਪੁੱਤਰ ਪੋਤਰੇ ਜਵਾਈ ਰਿਸ਼ਤੇਦਾਰ ਵੱਡੇ ਛੋਟੇ ਦੀ ਗੱਲ ਨਹੀਂ, ਨਾ ਹੀ ਗੁਰਗੱਦੀ ਕੋਈ ਮੱਲਾ ਮਾਰਨ ਦਾ ਸਾਧਨ ਹੈ। ਇਹ ਕੋਈ ਦੁਨਿਆਵੀ ਵਿਰਾਸਤ ਜਾਂ ਐਸ਼ਾਂ ਦਾ ਵਸੀਲਾ ਨਹੀਂ। ਗੁਰਤਾ ਤਾਂ ਆਤਮ ਪਦ ਪ੍ਰਾਪਤ ਕਰ ਆਪਾ ਵਾਰ ਨਿਜ ਸੁੱਖਾਂ ਨੂੰ ਤਿਆਗ ਸ੍ਰਿਸ਼ਟੀ ਦੇ ਉਦਾਰ ਲਈ ਜੁਟ ਜਾਣਾ ਹੈ। ਸ਼ਾਹੀ ਰੋਹ ਦੀ ਗੱਲ ਜਦ ਗੁਰੂ ਜੀ ਪਾਸ ਪਹੁੰਚਾਈ ਤਾਂ ਉਹਨਾਂ ਕਿਹਾ ਕਿ ਧੀਰਮਲ ਨੂੰ ਕੁਝ ਕਹਿਣ ਦੀ ਲੋੜ ਨਹੀਂ। ਦੋ ਬਿਰਤੀਆਂ ਹਨ, ਇੱਕ ਸਿੰਘ ਤੇ ਦੂਜੀ ਸੱਗ ਬਿਰਤੀ ਹੈ ਕੁੱਤੇ ਸਮਾਨ। ਕੁੱਤੇ ਨੂੰ ਜਦ ਕੋਈ ਸੋਟੀ ਮਾਰੋ ਤਾਂ ਉਹ ਸੋਟੀ ਨੂੰ ਪਵੇਗਾ, ਪਰ ਸ਼ੇਰ ਨੂੰ ਜਦ ਸੋਟੀ ਮਾਰੋ ਤਾਂ ਉਹ ਸੋਟੀ ਮਾਰਨ ਵਾਲੇ ਤੇ ਝਪਟੇਗਾ। ਧੀਰਮਲ ਦਾ ਕੀ ਕਸੂਰ ਹੈ? ਉਹ ਕਿਸੇ ਦੀ ਸ਼ਹਿ ਤੇ ਘੂਰ ਰਿਹਾ ਹੈ। ਧੀਰਮਲ ਵੱਲ ਦੇਖਣ ਦੀ ਹੀ ਲੋੜ ਨਹੀਂ। ਸਾਵਣ ਬਿਰਤੀ ਸਦ ਹੀ ਦੁਖਦਾਈ, ਕਿਹਰ ਬਿਰਤੀ ਸੁਖਦ ਮਹਾਈ। ਧੀਰਮਲ ਨੂੰ ਸੁਨੇਹਾ ਘੱਲ ਦਿੱਤਾ ਕਿ ਇਹ ਸੇਵਕ ਕੀ ਚੀਜ਼ ਹੈ, ਕੋਈ ਨਾ ਈਰਖ ਪਾਏ, ਕਰ ਸੇਵਾ ਸੋਈ ਲਹੇ, ਸ਼੍ਰੀ ਗੁਰੂ ਹਰਖ ਧਰਾਈ। ਦੀਪਕ ਪ੍ਰਕਾਸ਼ ਦੀਪ ਸੋ ਕਰਾ। ਹੋਲੀ ਦੇ ਦਿਨ ਸਨ, ਸਭ ਪਾਸੇ ਬਸੰਤ ਖਿੜੀ ਸੀ। ਸੰਗਤਾਂ ਨੂੰ ਇਸ ਵਾਰੀ ਗੁਰੂ ਜੀ ਨੇ ਉਚੇਚਾ ਬੁਲਾਇਆ ਸੀ। 3 ਦਿਨ ਸੰਗਤਾਂ ਆਨੰਦ ਮਾਣਦੀਆਂ ਰਹੀਆਂ। ਢਾਡੀ ਵਾਰਾਂ ਗਾ ਸਭ ਵਿੱਚ ਨਿਰਾਲੀ ਜੁਰਤ ਭਰਦੇ ਰਹੇ। ਚੌਥੇ ਦਿਨ ਸਭ ਨੂੰ ਦਰਬਾਰ ਵਿੱਚ ਬੁਲਾਇਆ। ਗੁਰੂ ਹਰ ਰਾਏ ਜੀ ਦੀ ਛਬ ਕਿਸੇ ਕੋਲੋਂ ਝੱਲੀ ਨਹੀਂ ਸੀ ਜਾਂਦੀ। ਉਮਰ ਬੇਸ਼ੱਕ ਛੋਟੀ ਸੀ, ਪਰ ਚਿਹਰੇ ਦੀ ਸ਼ਾਂਤੀ ਤੇ ਨੂਰ ਤੋਂ ਨਿਰਾਲੀ ਛਬ ਛਾ ਰਹੀ ਸੀ। ਉਮਰ ਨਵੀਨ ਮਿਰਦਲ ਨਿਮਰਤ ਸੁੰਦਰ ਸ਼ਾਂਤ ਸਰੂਪ, ਨੂਰ ਜਹੂਰ ਭੂਰ ਮੁਖ ਦਮਕਤ, ਸਮਸਸ ਸਦਨ ਅਨੂਪ। ਇੰਜ ਲੱਗਦਾ ਸੀ ਕਿ ਇੱਕ ਦੀਵਾ ਦੂਜੇ ਨੂੰ ਰੌਸ਼ਨੀ ਦੇ ਰਿਹਾ ਹੈ। ਆਸਾ ਦੀ ਵਾਰ ਦੇ ਕੀਰਤਨ ਪਿੱਛੋਂ ਗੁਰੂ ਜੀ ਆਪਣੇ ਸਿੰਘਾਸਨ ਤੋਂ ਉੱਠੇ ਅਤੇ ਤਖਤ ਤੇ ਗੁਰੂ ਹਰ ਰਾਏ ਜੀ ਨੂੰ ਬਿਠਾਇਆ। ਸ਼ਬਦ ਦੀ ਥਾਪਨਾ ਕੀਤੀ। 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀ ਅਤੇ ਭਾਨਾ ਜੀ ਨੇ ਕੇਸਰ ਦਾ ਤਿਲਕ ਲਗਾਇਆ ਅਤੇ ਸਭ ਨੂੰ ਸੁਣਾ ਕੇ ਗੁਰੂ ਹਰਗੋਬਿੰਦ ਜੀ ਨੇ ਕਿਹਾ, ਇਨਕੋ ਮਮ ਸਮ ਮਾਨਿਓ। ਸਾਰਿਆਂ ਨੂੰ ਮੱਥਾ ਟੇਕਣ ਦਾ ਹੁਕਮ ਦਿੱਤਾ। ਕਮਾਲ ਇਹ ਸੀ ਕਿ ਸਾਰੇ ਪੁੱਤਰਾਂ ਬਾਬਾ ਅਣੀ ਰਾਏ, ਬਾਬਾ ਸੂਰਜਮਲ ਅਤੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਸ਼ਰਧਾ ਨਾਲ ਵਾਕ ਸੁਣਦੇ ਹੀ ਬੰਦਨਾ ਕੀਤੀ। ਰਾਗ ਰੋਖ ਬਿਨ ਤੀਨੋਂ ਪੁੱਤਰਨ ਝਟ ਉੱਠ ਬੰਦਨ ਠਾਨਿਓ। ਇਹ ਅੰਤਰ ਹੁਣ ਧਿਆਨ ਦੇਣ ਵਾਲਾ ਹੈ। ਪਹਿਲੇ ਸਮਿਆਂ ਪੁੱਤਰ ਕੋਲ ਨਾ ਪਾਲੇ, ਕੰਨ ਮਰੋੜੇ, ਸੱਟ ਪਟਾਈ। ਕਈ ਉੱਠ ਕੇ ਚਲੇ ਗਏ, ਕਈਆਂ ਨੇ ਅਲੱਗ ਗੱਦੀਆਂ ਲਗਾ ਲਈਆਂ, ਕਈਆਂ ਦੋਹਰੇ ਬਣਾ ਲਏ। ਪਰ ਹੁਣ ਹੋਰ ਸਮੇਂ ਆ ਗਏ ਸਨ। ਪੁੱਤਰਾਂ ਸਿੱਖਾਂ ਸੰਗਤਾਂ ਮਸੰਦਾਂ ਨੇ ਜਿਵੇਂ ਸ਼ਰਧਾ ਪ੍ਰਗਟਾਈ, ਇਹ ਦਰਸਾ ਰਿਹਾ ਸੀ ਕਿ ਹੁਣ ਸਿੱਖ ਨੂੰ ਦ੍ਰਿੜ ਹੋ ਗਿਆ ਸੀ ਕਿ ਗੁਰੂ ਸਰੀਰ ਨਹੀਂ ਜੋਤ ਹੈ ਅਤੇ ਇਹ ਜੋਤ ਜਿਸ ਵਿੱਚ ਉਹ ਆਪ ਧਰਦੇ ਹਨ ਉਹ ਹੀ ਪੂਜਨਯੋਗ ਹੈ। ਮੋਹਸਨ ਫਾਨੀ ਜੋ ਉਹਨਾਂ ਦਿਨਾਂ ਵਿੱਚ ਕੀਰਤਪੁਰ ਹੀ ਸੀ ਨੇ ਵੀ ਲਿਖਿਆ ਹੈ ਕਿ ਸਿੱਖਾਂ ਦਾ ਇਹ ਖਿਆਲ ਪੱਕਾ ਹੈ ਕਿ ਗੁਰੂ ਨਾਨਕ ਦੇ ਨਹੀਂ ਸਨ ਰੱਖਦੇ, ਕੇਵਲ ਆਪਣੀ ਕੁਦਰਤ ਹੀ ਦਿਖਾਲਦੇ ਰਹੇ। ਜਦ ਉਹਨਾਂ ਸਰੀਰ ਤਿਆਗਿਆ ਤਾਂ ਜੋਤ ਗੁਰੂ ਅੰਗਦ ਵਿੱਚ ਪ੍ਰਵੇਸ਼ ਕਰ ਗਈ। ਉਪਰੰਤ ਗੁਰੂ ਅੰਗਦ ਪਰਲੋਕ ਗਮਨ ਵੇਲੇ ਗੁਰੂ ਅਮਰਦਾਸ ਜੀ ਦੇ ਜਾਮੇ ਵਿੱਚ ਸਮਾ ਗਏ। ਉਸੇ ਢੰਗ ਨਾਲ ਗੁਰੂ ਅਮਰਦਾਸ ਰਾਮਦਾਸ ਜੀ ਦੇ ਬਦਨ ਵਿੱਚ ਬਿਰਾਜ ਗਏ ਅਤੇ ਰਾਮਦਾਸ ਵੀ ਇਤਬਿਦ ਗੁਰੂ ਅਰਜਨ ਨਾਲ ਇੱਕਮਿਕ ਹੋ ਗਏ। ਜੋ ਗੁਰੂ ਮਹਿਲ ਨੂੰ ਨਾਨਕ ਨਹੀਂ ਜਾਣਦਾ ਉਹ ਮਨਮੁਖ ਅਤੇ ਕਾਫਰ ਗਰਦਾਨਿਆ ਜਾਂਦਾ ਹੈ। ਮੁੱਕਦੀ ਗੱਲ, ਗੁਰੂ ਨਾਨਕ ਦੇ ਸਿੱਖ ਬੁੱਤ ਨੂੰ ਉੱਕਾ ਹੀ ਨਹੀਂ ਮੰਨਦੇ। ਇਹਨਾਂ ਦਾ ਨਿਸ਼ਚਾ ਹੈ ਕਿ ਸਾਰੇ ਗੁਰੂ ਸਾਹਿਬਾਨ ਨਾਨਕ ਦਾ ਹੀ ਰੂਪ ਹਨ। ਇਹ ਹਿੰਦੂਆਂ ਦਾ ਮੰਤਰ ਨਹੀਂ ਪੜ੍ਹਦੇ ਅਤੇ ਨਾ ਹੀ ਉਹਨਾਂ ਦੇ ਬੁੱਤਾਂ ਦਾ ਸਤਿਕਾਰ ਕਰਦੇ ਹਨ। ਅਵਤਾਰਾਂ ਨੂੰ ਵੀ ਕੁਝ ਨਹੀਂ ਗਿਣਦੇ। ਇੱਥੋਂ ਤੱਕ ਸੰਸਕ੍ਰਿਤ, ਜਿਸ ਨੂੰ ਹਿੰਦੂ ਦੇਵ ਬਾਣੀ ਸਮਝਦੇ ਹਨ, ਨਾਲ ਕੋਈ ਤੁਅੱਲਕ ਨਹੀਂ ਰੱਖਦੇ। ਗੱਲ ਕੀ, ਵਸਦੀ ਧਰਤੀ ਤੇ ਕੋਈ ਅਜਿਹਾ ਸ਼ਹਿਰ ਨਹੀਂ ਰਹਿ ਗਿਆ ਜਿੱਥੇ ਸਿੱਖ ਨਾ ਹੋਣ। ਹੁਣ ਵੱਡੇ ਦਾਦੇ ਗੁਰੂ ਨੇ ਬਾਬਾ ਜੀਓ ਗੁਰਦਿੱਤਾ ਜੀ ਦੇ ਪੁੱਤਰ ਹਰ ਰਾਏ ਨੂੰ ਮਿਹਰ ਦੀ ਨਜ਼ਰ ਨਾਲ ਨਿਵਾਜਿਆ ਅਤੇ ਬਾਬਾ ਜੀਓ ਦੀ ਪਦਵੀ ਦਿੱਤੀ। ਜਾਮਾ ਤਿਆਗਣ ਤੇ ਸਰੀਰ ਛੱਡਣ ਸਮੇਂ ਉਹਨਾਂ ਨੂੰ ਆਪਣੀ ਥਾਂ ਥਾਪ ਦਿੱਤਾ ਅਤੇ ਔਲਾਦ, ਸਿੱਖਾਂ, ਸੇਵਕਾਂ ਤੇ ਸਾਰੇ ਪਰਿਵਾਰ ਨੂੰ ਗੁਰੂ ਹਰ ਰਾਏ ਜੀ ਦੀ ਆਗਿਆ ਪਾਲਣ ਦਾ ਹੁਕਮ ਦਿੱਤਾ। ਸਿੱਖ ਗੁਰੂ ਹਰ ਰਾਏ ਜੀ ਨੂੰ 7ਵਾਂ ਮਹਿਲਾ ਮੰਨਦੇ ਸਨ।
ਮੁਹਸਨ ਫਾਨੀ ਨੇ ਇਹ ਹੀ ਲਿਖਿਆ ਹੈ ਕਿ ਉਹ ਗੁਰੂ ਹਰ ਰਾਏ ਜੀ ਦੇ ਕਿਰਪਾ ਪਾਤਰ ਵੀ ਹਨ ਅਤੇ ਸਿੱਖ ਗੁਰੂ ਹਰ ਰਾਏ ਜੀ ਨੂੰ 7ਵਾਂ ਮਹਿਲ ਕਹਿੰਦੇ ਹਨ। ਸਿੱਖ ਗੁਰੂ ਹਰਗੋਬਿੰਦ ਜੀ ਦੀ ਪੂਜਾ ਪ੍ਰਭੂ ਜਾਣ ਕੇ ਕਰਦੇ ਹਨ। ਉਹਨਾਂ ਦਾ ਯਕੀਨ ਹੈ ਕਿ ਨਰਾਇਣ ਕਲਾਧਾਰ ਉਹਨਾਂ ਦੇ ਰੂਪ ਵਿੱਚ ਆਇਆ ਹੈ ਅਤੇ ਇਹ ਸਿਲਸਿਲਾ ਗੁਰੂ ਨਾਨਕ ਜੀ ਤੋਂ ਆਰੰਭ ਹੋਇਆ ਹੈ। ਜੋਤੀ ਜੋਤ ਰਲੀ। ਗੁਰੂ ਜੀ ਦੀ ਰੂਹਾਨੀ ਸ਼ਕਤੀ ਅਤੇ ਖੁਦਾਈ ਗੁਣਾਂ ਦੀ ਸ਼ੋਭਾ ਹਰ ਪਾਸੇ ਇਤਨੀ ਫੈਲ ਗਈ ਸੀ ਕਿ ਹਰ ਮਜ਼ਹਬ ਦੇ ਲੋਕੀ ਉਹਨਾਂ ਕੋਲੋਂ ਜੀਵਨ ਜਾਂਚ ਸਿੱਖਣ ਆਉਂਦੇ, ਭਟਕਦੇ ਰਾਹ ਪਾਉਂਦੇ ਅਤੇ ਮਾਰਫਤ ਦੀਆਂ ਗੱਲਾਂ ਦੀ ਸੂਝ ਲੈਂਦੇ। ਮੁਹਸਨ ਫਾਨੀ ਨੇ ਜਗਤ ਪ੍ਰਸਿੱਧ ਫਕੀਰ ਪਰਹਿ ਕੈਵਾ ਯਮਦਾਨੀ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ। ਉਹ ਗੁਰੂ ਦੀ ਸ਼ੋਭਾ ਸੁਣ ਕੇ ਆਇਆ। ਉਸ ਦਾ ਅਸਲ ਨਾਮ ਹਸਨ ਅਲੀ ਸੀ ਅਤੇ ਲੋਕੀ ਸਤਿਕਾਰ ਨਾਲ ਉਸ ਨੂੰ ਅੱਲਾ ਦਾ ਜਿਗਰ ਅਤੇ 7ਵੇਂ ਅਸਮਾਨ ਦਾ ਸਿਤਾਰਾ ਕਹਿੰਦੇ ਸਨ। ਪਹਿਲਾਂ ਉਹ ਦਿੱਲੀ ਸ਼ਾਹਜਹਾਨ ਦੇ ਸੱਦੇ ਤੇ ਗਿਆ। ਉੱਥੇ ਗੁਰੂ ਹਰਗੋਬਿੰਦ ਜੀ ਦੀ ਅਜ਼ਮਤ ਸੁਣ ਕੇ ਦਰਸ਼ਨਾਂ ਨੂੰ ਆਇਆ। ਮਹਾਰਾਜ ਨੇ ਜੋਗ ਆਦਰ ਦਿੱਤਾ। ਉਸਨੇ ਜਦ ਪੁੱਛਿਆ ਕਿ ਖੁਦਾ ਤੱਕ ਰਸਾਈ ਕਿਵੇਂ ਹੋਵੇ ਤਾਂ ਮਹਾਰਾਜ ਨੇ ਕਿਹਾ, ਉਸ ਦਾ ਮਿਲਾਪ ਸ਼ਰਰਾਂ ਤੋੜਿਆਂ ਅਤੇ ਭਲੇ ਪੁਰਸ਼ਾਂ ਦੀ ਸੰਗਤ ਤੋਂ ਹੁੰਦਾ ਹੈ। ਪਰਹਿ ਕੈਵਾ ਦੇ ਜਾਣ ਤੋਂ 7 ਦਿਨ ਪਿੱਛੋਂ ਗੁਰੂ ਜੀ ਜੋਤੀ ਜੋਤ ਸਮਾ ਗਏ। ਉਹ ਦਿਨ ਐਤਵਾਰ ਦਾ ਸੀ ਅਤੇ ਮਾਰਚ ਦੀ 3 ਤਰੀਕ ਅਤੇ ਸਨ 1644 ਸੀ। ਇਹਨਾਂ 7 ਦਿਨਾਂ ਵਿੱਚ ਹੀ ਭਾਈ ਬਾਬਕ ਜੀ ਜੋ ਰਬਾਬੀ ਅਤੇ ਸੂਰਮੇ ਸਨ ਗੁਜ਼ਰ ਗਏ। ਜਾਤੀ ਮਾਲਕ ਜੋ ਢਾਡੀ ਸੀ, ਜਦ ਵਾਰਾਂ ਗਾਉਂਦਾ ਸੀ ਤਾਂ ਕਾਇਰ ਵੀ ਰਣ ਵਿੱਚ ਜੂਝਣ ਲਈ ਤਿਆਰ ਹੋ ਜਾਂਦੇ ਸਨ ਵੀ ਚੜ੍ਹਾਈ ਕਰ ਗਏ। ਭਾਈ ਸਾਧੂ ਦਮਾਦ ਨੂੰ ਕਿਹਾ ਆਪਣੇ ਇਲਾਕੇ ਲੰਗਰ ਚਲਾਉਣੇ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਜੁਟੇ ਰਹਿਣਾ। ਇਹਨਾਂ ਦਿਨਾਂ ਵਿੱਚ ਦਾਨ ਵੀ ਇਤਨਾ ਕੀਤਾ ਕਿ ਸਭ ਝੋਲੀਆਂ ਭਰ ਕੇ ਮੁੜਦੇ। ਅੰਤਿਮ ਉਪਦੇਸ਼। ਆਪ ਜੀ ਨੇ ਇੱਕ ਦਿਨ ਦੀਵਾਨ ਵਿਖੇ ਹੀ ਆਪਣਾ ਅੰਤਿਮ ਸਮਾਂ ਨੇੜੇ ਦੱਸ ਜੋਤੀ ਜੋਤ ਸਮਾਉਣ ਦੀ ਗੱਲ ਕਹੀ ਅਤੇ ਨਾਲ ਹੀ ਹੁਕਮ ਕੀਤਾ, ਧਰਿਓ ਆਨੰਦ ਨਾ ਕੀਜੈ ਸ਼ੋਕ। ਇਤਨਾ ਸੁਣਨਾ ਸੀ ਕਿ ਸੰਗਤਾਂ ਦੇ ਨੈਣ ਛਲਕ ਪਏ ਤਾਂ ਉਸ ਵਕਤ ਫਿਰ ਫਰਮਾਇਆ, ਇਸ ਮਹਿ ਕੀਆ ਅਸਚਰਜ ਤੁਮ ਲੈਹਿਓ। ਜੀਵਨ ਵਗਦੀ ਨਦੀ ਦੇ ਸਮਾਨ ਹੈ, ਕਦੀ ਇਹ ਵਹਾ ਰੁਕਣਾ ਨਹੀਂ। ਸਲੀਤਾ ਸਮ ਜਗ ਕੋ ਪ੍ਰਵਾਹ, ਥਿਰਹਿ ਨ ਕੋ ਸਭ ਚਲ ਜਾਹ। ਇਹ ਕੋਈ ਅਣਹੋਣੀ ਨਹੀਂ, ਸਦਾ ਤੋਂ ਇੰਜ ਹੀ ਹੁੰਦੀ ਆਈ ਹੈ। ਕੋਈ ਸਦਾ ਟਿਕ ਕੇ ਇੱਥੇ ਨਹੀਂ ਰਹਿੰਦਾ। ਇਹ ਤੋਂ ਸਦਾ ਹੋਤ ਹੈ ਆਈ, ਕਰਹਿਓ ਵਿਚਾਰ ਥਿਰ ਕਹਿ ਪਾਈ। ਬਖਸ਼ ਦੇ ਦਰ ਆ ਕੇ ਕਿਹਾ ਕਿ ਗੁਰਸਿੱਖਾਂ ਦੇ ਨੇੜੇ ਕਦੇ ਜਮ ਨਹੀਂ ਆਉਂਦਾ। ਉਹ ਸਿੱਧੇ ਵਾਹਿਗੁਰੂ ਦੇ ਚਰਨਾਂ ਵਿੱਚ ਜਾਂਦੇ ਹਨ। ਮਾਤਾ ਨਾਨਕੀ ਜੀ ਜਦ ਨੇੜੇ ਆਏ ਤਾਂ ਉਹਨਾਂ ਨੂੰ ਜਿਸ ਰੁਮਾਲ ਨਾਲ ਹੱਥ ਪਏ ਪੂੰਝਦੇ ਸਨ ਝੋਲੀ ਪਾ ਦਿੱਤਾ, ਕਮਰ ਦੀ ਕਟਾਰ ਦਿੱਤੀ ਅਤੇ ਗੁਟਕਾ ਦੇ ਕੇ ਕਿਹਾ ਕਿ ਤੁਸੀਂ ਬੇਟੇ ਤੇਗ ਬਹਾਦਰ ਨਾਲ ਬਾਬਾ ਬਕਾਲਾ ਚਲੇ ਜਾਓ। ਸਮਾਂ ਪਾ ਕੇ ਤੁਹਾਡਾ ਬੇਟਾ ਹੀ ਨਹੀਂ ਪੋਤਰਾ ਵੀ ਇਸੇ ਤਖਤ ਤੇ ਬੈਠੇਗਾ। ਜੁਗ ਜੁਗ ਸਤਿਗੁਰ ਧਰੇ ਅਵਤਾਰੀ ਦੇ ਸ਼ਬਦ ਭਾਈ ਗੁਰਦਾਸ ਜੀ ਨੇ ਪਹਿਲਾਂ ਹੀ ਕਹੇ ਸਨ। ਗੁਰੂ ਹਰ ਰਾਏ ਜੀ ਨੂੰ ਕਿਹਾ ਕਿ ਤੁਸੀਂ ਮੇਰਾ ਹੀ ਰੂਪ ਹੋ, ਕੋਈ ਅੰਤਰ ਨਹੀਂ ਰਿਹਾ। ਸੰਗਤਾਂ ਨੂੰ ਕਿਹਾ, ਮੇਰੀ ਖੁਸ਼ੀ ਇਸੇ ਵਿੱਚ ਹੈ ਕਿ ਇਹਨਾਂ ਨੂੰ ਮੇਰਾ ਰੂਪ ਜਾਣਨਾ, ਇਹਨਾਂ ਵਿੱਚ ਅਪਾਰ ਸ਼ਕਤੀ ਹੈ, ਇਹ ਸਰਬ ਸਮਰੱਥ ਹਨ। ਗੁਰੂ ਹਰ ਰਾਏ ਜੀ ਨੇ ਇੱਕੋ ਹੀ ਗੱਲ ਪੁੱਛੀ ਕਿ ਦਿੱਲੀ ਪਤ ਦੁਬਦਾ ਸਦ ਕਰੇ ਸੋ ਕਿਵੇਂ ਵਰਤਣਾ ਹੈ। ਮਹਾਰਾਜ ਨੇ ਕਿਹਾ, ਸਾਨੂੰ ਗੁਰਪਿਤਾ ਦੀ ਅਸੀਸ ਸੀ ਕਿ ਜੋ ਸ਼ਤਰੂ ਤੁਮਾਰੇ ਸਨਮੁਖ ਆਵੇਗਾ ਤਿਸ ਸ਼ੈ ਹੋਵੇਗਾ। ਤੁਹਾਡੇ ਤੇ ਜੇ ਕੋਈ ਬੁਰੇ ਦਾ ਉਦਮ ਵੀ ਕਰੇਗਾ ਨਾਸ ਹੋਵੇਗਾ। ਇਵੇਂ ਜਿਵੇਂ ਗੜੇ ਓਲੇ ਅੱਗ ਵਿੱਚ ਗਿਰਦੇ ਹੀ ਢਲ ਜਾਂਦੇ ਹਨ। ਜੋ ਕੋਈ ਉਦਮ ਤੁਮ ਪਰ ਕਰੇ ਦੁਸ਼ਟ ਕਰਮ ਮਨ ਧਾਰ, ਨਾਸ ਹੋਏ ਤਤਕਾਲ ਤੇ ਜਿਉ ਓਲਾ ਅਗਨ ਮੰਝਾਰ। ਬਾਬਾ ਭਾਨਾ ਜੀ ਨੇ ਹੁਕਮ ਤੇ ਆਗਿਆ ਮੰਗੀ ਤਾਂ ਹੁਕਮ ਹੋਇਆ ਕਿ ਤੁਸੀਂ ਪਿੰਡ ਚਲੇ ਜਾਓ ਅਤੇ ਉੱਥੋਂ ਆਪਣੇ ਬੱਚੇ ਬਾਬਾ ਗੁਰਦਿੱਤਾ ਜੀ ਨੂੰ ਭੇਜ ਦੇਣਾ। ਬੱਚੀ ਵੀਰੋ ਨੂੰ ਕਿਹਾ, ਇਹ ਰੁਦਨ ਕਰਨ ਦਾ ਸਮਾਂ ਨਹੀਂ ਹੈ। ਤੇਰੇ ਬੇਟੇ ਬੜੇ ਯੋਧੇ ਹੋਣਗੇ ਅਤੇ ਬੜਾ ਜਸ ਖੱਟਣਗੇ। ਤੂੰ ਆਦ ਸ਼ਕਤੀ ਹੈ। ਬਾਬਾ ਬਿਧੀ ਚੰਦ ਦੇ ਪੁੱਤਰ ਲਾਲ ਚੰਦ ਜੀ ਨੂੰ ਕਿਹਾ ਕਿ ਤੁਸੀਂ ਹੁਣ ਪਿੰਡ ਸੁਰ ਸਿੰਘ ਚਲੇ ਜਾਓ। ਉੱਥੇ ਗੁਰਸਿੱਖ ਭਾਗ ਮੱਲ ਪਾਸ ਟਿਕਾਣਾ ਰੱਖੋ ਅਤੇ ਗੁਟਕੇ ਸੈਂਚੀਆਂ ਅਤੇ ਗ੍ਰੰਥੀਆਂ ਲਿਖ ਕੇ ਵੰਡੋ। ਸੂਰਜ ਮੱਲ ਨੂੰ ਕਿਹਾ, ਤੁਸੀਂ ਬੜੀ ਅਧੀਨਗੀ ਦੱਸੀ ਹੈ, ਜਿੱਥੇ ਮਰਜ਼ੀ ਟਿਕੋ, ਤੁਹਾਡਾ ਪ੍ਰਤਾਪ ਬਣਿਆ ਰਹੇਗਾ। ਸਦਾ ਗੁਰ ਆਗਿਆ ਵਿੱਚ ਰਹਿਣਾ। ਬਾਬਾ ਅਣੀ ਰਾਏ ਨੂੰ ਕਿਹਾ ਕਿ ਤੁਸੀਂ ਪ੍ਰਚਾਰ ਵਿੱਚ ਜੁਟੇ ਰਹੋ। ਇੱਕ ਸਿੱਖ ਨੇ ਪੁੱਛਿਆ ਕਿ ਦੀਦਾਰ ਕਿਵੇਂ ਆਪ ਜੀ ਦਾ ਹੋਵੇਗਾ ਤਾਂ ਮਹਾਰਾਜ ਨੇ ਕਿਹਾ, ਜੋ ਕੋਈ ਸਿੱਖ ਵਾਹਿਗੁਰੂ ਗੁਰੂ ਗੁਰੂ ਜਪਦਾ ਤੁਹਾਡੇ ਘਰ ਆਏ ਉਹ ਮੇਰਾ ਹੀ ਰੂਪ ਹੈ। ਫਿਰ ਫਰਮਾਇਆ,
मेरा परिवार सिख संगत है, सिख संगत मेरो परिवार आ। मैनू ओह ही प्यारा है जो गुरबाणी नाल प्यार करता है। पढ़न सुनन नाल ही आनंद मिलेगा। सतनाम दा जाप करन नाल ही रंग चढ़दा अते प्रेम परपक्क हुंदा है। सदा स्नेह करे है गुरबाणी, पठत सुनत ते आनंद शाणी। सतनाम सिमरियो रंग राते, दिन परत प्रेम अधिक मन माते। फिर दोहराया कि अकाल चलाने वेले बिल्कुल रुदन नहीं करना, कीर्तन सुनना, नाम विच चित जोड़ना ते हत्थां नूं सेवा विच लगाउणा। टेक गुरु नानक ते रखनी, गुरु हर राय अते मेरे विच कोई भेद नहीं। फिर मारू महला पंजवां अष्टपदी पढ़ी अते उस नूं धन कहा जो शब्द राहीं जीवन दी घाड़त घड़दा है। शब्द पढ़न बाद हुक्म कीता कि कोई हुण बुलावे ना। एकांत विच चले गए। 7 दिन थम्मे दी ढोल लगा के कीर्तन ही सुनते रहे अते 3 मार्च 1644 नूं कीर्तन सुनदियां सवा जाम दिन के चढ़े ही ज्योति जोत समा गए। गुरु हर राय जी ने जद नेड़े हो डिठा तां इंज लगदा सी जिवें कोई चित्र भित्ती विच लगा है। पावन शरीर जिम चित्र लिखाए। अंतिम संस्कार संगतां विच कुरलाहट मच गई, पर गुरु हर राय जी ने संगतां नूं धीरज दिता अते दरिया किनारे ही पतालपुरी चंदन दी चिखा बना के संस्कार किया। अर्थी नूं चिखा तक बाबा सूरजमल जी, गुरु तेग बहादुर जी, भाई भाना जी अते राय जोध जी शरधा नाल उठा के लै गए। जद गुरु हर राय जी ने लांबू लगाया तो कई भज भज बलदी चिखा विच पैंदे। रोकदे रोकदे भी मौसन फानी कहिंदा है। जद चिखा दी अग उची हुई तां राजा राम नां दे राजपूत ने जो गुरु दा चरण सेवक सी अग विच कुद पिया। ਉਹ ਅੱਗ ਵਿੱਚ ਵੜ ਗਿਆ ਅਤੇ ਗੁਰੂ ਦੇ ਚਰਨਾਂ ਨਾਲ ਲਿਪਟ ਗਿਆ ਅਤੇ ਆਪਣਾ ਸਿਰ ਚਰਨਾਂ ਤੋਂ ਨਾ ਉਠਾਇਆ ਅਤੇ ਉਸੇ ਦਸ਼ਾ ਵਿੱਚ ਜਾਣ ਦੇ ਦਿੱਤੀ। ਉਸ ਪਿੱਛੋਂ ਇੱਕ ਹੋਰ ਸਿੱਖ ਨੇ ਜੋ ਗੁਰੂ ਹਰਗੋਬਿੰਦ ਜੀ ਦੇ ਦਮਾਦ ਭਾਈ ਸਾਧੂ ਜੀ ਪਾਸ ਸੇਵਾ ਕਰਦਾ ਸੀ ਛਾਲ ਮਾਰ ਦਿੱਤੀ। ਕਿਤਨੇ ਹੀ ਹੋਰ ਕੁੱਦ ਜਾਨਾਂ ਦੇ ਜਾਂਦੇ ਜੇ ਗੁਰੂ ਜੀ ਨਾ ਵਰਜਦੇ। गुरु हर राय जी ने खुद बांह तो पकड़ हटाया और गुरु भुज खुद उन की गही। इतना प्यार लगाओ ते शारदा देख के सब आश्चर्य होए। मुसनफानी ने दौलत खान काकसाल दी रुबाई लिख के सिखां दा गुरु हरगोबिंद प्रति दिते प्यार ते कुर्बानी नूं जतालदे कहा कि गुरु दस गए कि जगत विच जद तक प्यार दा मैखाना कायम है लोकी जिंद वारन लई आउंदे रहणगे। खुदा ਵੱਲੋਂ ਦੋ ਹੀ ਦਾਤਾਂ ਸੰਸਾਰ ਨੂੰ ਵਿਸ਼ੇਸ਼ ਕਰ ਮਿਲੀਆਂ ਹਨ, ਜਿੰਦ ਵਾਰਨੀ ਅਤੇ ਅਗਲੇ ਦਾ ਦਿਲ ਲੈ ਲੈਣਾ। ਲਤੀਫ ਨੇ ਇਸੇ ਲਈ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਨੂੰ ਕੌਮੀ ਕਹਿਰ ਲਿਖਿਆ। ਹਰ ਕੋਈ ਇਹ ਕਹਿ ਰਿਹਾ ਸੀ ਕਿ ਗੁਰੂ ਹਰਗੋਬਿੰਦ ਜੀ ਵਰਗਾ ਯੋਧਾ ਨਹੀਂ ਡਿੱਠਾ ਜਿਸ ਸਭ ਦੋਖੀਆਂ ਨੂੰ ਹੱਥੀਂ ਪਾਰ ਲੰਘਾਇਆ। ਉਹਨਾਂ ਵਰਗਾ ਕੋਈ ਪਰਉਪਕਾਰੀ ਨਹੀਂ ਜਿਨ੍ਹਾਂ ਖਜ਼ਾਨੇ ਵਿੱਚ ਕਦੇ ਕੁਝ ਜਮ੍ਹਾਂ ਨਾ ਰੱਖਿਆ। ਉਹਨਾਂ ਵਰਗਾ ਕੋਈ ਨਿਮਰ ਨਹੀਂ ਜਿਨ੍ਹਾਂ ਹਰ ਬਜ਼ੁਰਗ ਨੂੰ ਆਦਰ ਦਿੱਤਾ। ਉਹਨਾਂ ਜਿਹਾ ਕੋਈ ਸ਼ਾਂਤ ਚਿੱਤ ਨਹੀਂ ਜਿਨ੍ਹਾਂ ਦੇ ਮੱਥੇ ਕਦੇ ਕਿਸੇ ਤਿਉੜੀ ਨਹੀਂ ਡਿੱਠੀ। ਇੱਥੋਂ ਤੱਕ ਕਿ ਜੰਗ ਦੇ ਮੈਦਾਨ ਵਿੱਚ ਵੀ ਖੜੇ ਮੱਥੇ ਤੇ ਮੁਸਕਰਾਉਂਦੇ ਰਹੇ। ਉਹਨਾਂ ਵਰਗਾ ਸਿੱਖਾਂ ਨਾਲ ਹਿੱਤ ਕਰਨ ਵਾਲਾ ਕੋਈ ਨਹੀਂ ਜਿਨ੍ਹਾਂ ਭੇਟਾ ਵੀ ਨਾ ਸਵੀਕਾਰ ਕੀਤੀ ਜਦ ਲੋੜਵੰਦ ਭਾਈ ਕੂਟ ਨੂੰ ਸ਼ਹਿਦ ਨਾ ਦਿੱਤਾ ਗਿਆ। ਉਹਨਾਂ ਵਰਗਾ ਕੋਈ ਜਥੇਦਾਰ ਨਹੀਂ ਜਿਨ੍ਹਾਂ ਮੁਰਦਾ ਰੂਹਾਂ ਜਵਾਲ ਦਿੱਤੀਆਂ। ਉਹਨਾਂ ਵਰਗਾ ਕੋਈ ਦਰਵੇਸ਼ ਨਹੀਂ ਜਿਨ੍ਹਾਂ ਪਾਸ ਦੁਨੀਆ ਦੇ ਪ੍ਰਸਿੱਧ ਫਕੀਰ ਪੁੱਜ ਖੁਦਾ ਦੇ ਦਰ ਦੀਆਂ ਚਾਬੀਆਂ ਹਾਸਲ ਕਰਦੇ। ਸਿੱਖਾਂ ਵਿੱਚ ਗੁਰੂ ਹਰਗੋਬਿੰਦ ਕਿਤਨਾ ਵਿਸ਼ਵਾਸ ਭਰ ਗਏ ਕਿ ਸਿੱਖਾਂ ਨੂੰ ਯਕੀਨ ਹੋ ਗਿਆ ਕਿ ਗੁਰੂ ਕਾ ਸਿੱਖ ਬੜਭਾਗੀ ਹੈ ਅਤੇ ਹਰ ਕੋਈ ਸਿੱਖ ਸਿੱਧਾ ਬਹਿਸ਼ਤ ਨੂੰ ਜਾਂਦਾ ਹੈ। ਜਮ ਉਸ ਦੇ ਨੇੜੇ ਨਹੀਂ ਆਉਂਦਾ। ਅਕੀਦਾ ਏ ਸਿੱਖਾਂ ਆ ਅਸਤ ਕਿ ਮੁਰੀਦਾਨੇ ਗੁਰੂ ਹਮਾ ਬਹਿਸ਼ਤ ਰਵੰਦ। ਭਾਗ ਚੌਥਾ। ਕੀਰਤਪੁਰ ਵਿਖੇ ਗੁਰਿਆਈ ਦੇ ਮੁੱਢਲੇ ਸਾਲ ਪਹਿਲਾ ਉਪਦੇਸ਼। ਸੰਗਤਾਂ ਨੂੰ ਜੋ ਪਹਿਲਾ ਉਪਦੇਸ਼ ਗੁਰੂ ਹਰ ਰਾਏ ਜੀ ਨੇ ਤਖਤ ਦੇ ਬੈਠਦੇ ਸਾਰ ਕੀਤਾ ਉਹ ਹੀ ਦੱਸ ਰਿਹਾ ਸੀ ਕਿ ਉਹ ਗੁਰੂ ਰੀਤੀ ਨੂੰ ਦ੍ਰਿੜ ਕਰਨਾ ਲੋਚਦੇ ਹਨ। ਸਭ ਕਹਿ ਰਹੇ ਸਨ ਕਿ ਉਹ ਦਾਦੇ ਵਾਲੀ ਸ਼ਕਤੀ ਭਗਤੀ ਗਿਆਨ ਅਤੇ ਪਵਿੱਤਰਤਾ ਉਹਨਾਂ ਵਿੱਚ ਹੈ। ਆਪ ਜੀ ਦੇ ਮੁਖ ਤੇ ਨਿਰਾਲਾ ਨੂਰ ਸੀ ਜਿਵੇਂ ਸਦਾ ਸਵੇਰ ਦੀ ਲਾਲੀ ਹੁੰਦੀ ਹੈ ਅਤੇ ਜਦ ਮੁਖੋਂ ਬੋਲਦੇ ਤਾਂ ਹਰ ਬਚਨ ਹਿਰਦਾ ਵਿੰਦਾ ਚਲਾ ਜਾਂਦਾ। ਤਖਤ ਤੇ ਬੈਠਦੇ ਹੀ ਆਪ ਜੀ ਨੇ ਫਰਮਾਇਆ, ਯਕੀਨ ਦੇ ਘਰ ਰਹੋ, ਸਤਨਾਮ ਜਪੋ, ਕਾਮ ਕ੍ਰੋਧ ਦੇ ਨੇੜੇ ਨਾ ਜਾਓ, ਇਹੀ ਹੀ ਕਾਇਆ ਨੂੰ ਗਾਲਦਾ ਹੈ। ਮਾੜੇ ਕੰਮਾਂ ਤੋਂ ਪਰਹੇਜ਼ ਕਰੋ, ਸ਼ੁਭ ਕਰਮਾਂ ਤੇ ਕਦੇ ਨਾ ਟਰੋ। ਚੋਰੀ
कदे नहीं करनी। सुची किरत रखो, निक्की निक्की गल्ली झगड़े नहीं पाउणे। मंदा किसे नूं ना आखो, दिल दिखाउणा हराम जाणो। माँ बाप दी सेवा ही भगती है। घर विच ही प्रभु नूं पाया जा सकदा है। मनुखा देह दुर्लभ है। विषय विकारां विच पै के जीवन दी बाजी ना हारो। विषयन विखे इसको नह हारो। खुदगर्जी छड्डो, पर स्वार्थ दा जीवन जियो। आत्म विद्या प्राप्त करो। टसंतां दी संगत ढूंढ के भी करो। परपंच तजो, सब विच उसदी जोत निहारो। इस जगत विच ही खचत ना हो जाओ। यह जगत सुपने न्याई है। मत उच्ची रखो, परमात्मा ही सतचित आनंद है। संसार पार करन दा जहाज साध संगत है। पावन पोत गह सत संगत, नाम जपना ही वड्डा कर्म है। ज्ञान प्राप्त करना ही ध्यान है। जिवें सोने दे गहने कढ़ा के पाईदे हन, यह नाम गहना है। किरत विचों दसवंध जरूर कड्डो, इसे तरह सुख घरों नहीं जाणगे। तां मद ते दसवंध गुरु हित, देत रहो तो गह सुख सारो। जीवन वासना रहत गुजारना ही वड्डी बरकत है। चित्त की बिरत अंतर लह टकाई, निश्चा रखो ते विरागी रहो। जो अजिहा करेगा अते संगत विच नेम ते प्रेम नाल जाएगा, उस दा मन रंगिया जाएगा अते जीवन पंध आसानी नाल कट्टिया जाएगा अते कदे डोलेगा नहीं। जीवन भोग सुखैन, सुख है पद अचित। यह उपदेश दे के फिर भाई गुरदास जी दी 28ਵੀਂ वार दी 15ਵੀਂ पौड़ी सुनाई। पिछल रैती जागना, नाम दान इशनान दृढ़ाओ। मिठा बोलन निव चलन, हाथ्या दे के भला मनाए। थोड़ा सावना खावना, थोड़ा बोलन गुरमत पाए। घाल खाए सुकिरत करे, वड्डा होए न आप गणाए। साध संगत मिल गांव दे, रात दह नित चल चल जाए। शब्द सुरत परचा करे, सतगुर परचे मन परचाए। आसा विच निरास विलाई, नित कर्म। गुरु हर राय साहिब ने अपना नित कर्म अजिहा बनाया जिस राही कौम रोशनी लैके जीवन राह सुखाला कर सके। पहर रात रहिंदी आप जी जागदे, इशनान करदे। 100 गागर जल नाल खुला इशनान करदे। जागत सुभाऊ सी, फिर बस्तर सजा के समाधि लगाउंदे। शब्द दी तुक सदा मूँह रहिंदी। जद प्रभात हुंदी अते जरा कु लाली फुटदी, नवे वस्त्र पा के सतसंग विच आउंदे। कपड़े महीन ही पाउंदे। संगत विच आके पहिलां गुरु ग्रंथ साहिब दा वाक लैंदे ते फिर पाठ सुणदे। फिर रबाबियां नूं हुकम हुंदा कि आसा दी वार दा कीर्तन करो। कीर्तन पिछों जोटियां दा शब्द जरूर पढ़ाउंदे। आरती दा शब्द गगन मह थाल पढ़ के भोग पाउंदे। अरदास खड़े होके करन दा विधान भी आप जी ने ही बनाया सी। भावें खलाए कीचे अरदास दे हुकम पहिलां ही हो गए सन। फिर सारी संगत समेत लंगर पुजदे। ਪਹਿਲਾਂ ਸਾਰੀ ਸੰਗਤ ਨੂੰ ਛਕਾਉਂਦੇ ਅਤੇ ਫਿਰ ਆਪੂ ਛਕਦੇ। ਸੰਗਤ ਨੂੰ ਰਿਸ਼ੀਆਂ ਵਾਂਗ ਆਦਰ ਨਾਲ ਛਕਾਉਂਦੇ। ਲੰਗਰ ਵਿੱਚ ਹੁਣ ਮਾਸ ਨਹੀਂ ਸੀ ਬਣਦਾ। ਪ੍ਰਸ਼ਾਦ ਛਕ ਕੇ ਕੁਝ ਦੇਰ ਆਰਾਮ ਕਰਦੇ, ਫਿਰ ਸ਼ਿਕਾਰ ਲਈ ਚੱਲ ਪੈਂਦੇ। ਸ਼ਿਕਾਰ ਜਿੰਦਾ ਹੀ ਪਕੜ ਲਿਆਉਂਦੇ। ਜੇ ਕੋਈ ਜ਼ਖਮੀ ਵੀ ਹੋ ਜਾਂਦਾ ਤਾਂ ਉਸ ਨੂੰ ਰੱਖ ਵਿੱਚ ਟਿਕਾ ਇਲਾਜ ਕਰਦੇ ਅਤੇ ਫਿਰ ਖੁੱਲ੍ਹਾ ਛੱਡ ਦਿੰਦੇ। ਸ਼ਾਮ ਨੂੰ ਕਥਾ ਹੁੰਦੀ। ਕਥਾ ਗੁਰੂ ਪਾਤਸ਼ਾਹ ਆਪ ਹੀ ਕਰਦੇ। ਬੜੇ ਬੜੇ ਵਿਦਵਾਨ ਆਪ ਜੀ ਦੇ ਵਚਨ ਸੁਣਨ ਆਉਂਦੇ। ਗਿਆਨ ਅੰਮ੍ਰਿਤ ਦੀ ਵਰਖਾ ਵਿੱਚ ਸਭ ਦੀਆਂ ਆਤਮਾਵਾਂ ਉਚਾਈਆਂ ਜਾਂਦੀਆਂ। ਫਿਰ ਆਪ ਜੀ ਬਾਗਾਂ ਨੂੰ ਸੈਰ ਕਰਨ ਚਲੇ ਜਾਂਦੇ, ਪਰ ਅਖੰਡ ਕੀਰਤਨ ਹੁੰਦਾ ਰਹਿੰਦਾ। ਪ੍ਰਸਿੱਧ ਰਾਗੀ ਕੀਰਤਨ ਕਰਦੇ। ਸੈਰ ਤੋਂ ਮੁੜਦੇ ਪਹਿਲਾਂ ਸ਼ਫਾਖਾਨਾ ਅਤੇ ਦਵਾਖਾਨਾ ਜਾਂਦੇ। ਘੋੜ ਸਵਾਰੀ ਕਰਦੇ ਤੇ ਦੇਖਦੇ। ਕੁਸ਼ਤੀਆਂ ਕਰਵਾਉਂਦੇ। ਬੱਚਿਆਂ ਨੂੰ ਇਕੱਠਾ ਕਰ ਉਪਦੇਸ਼ ਦਿੰਦੇ ਅਤੇ ਹੋਰ ਯੋਧਿਆਂ ਦੇ ਕਰਤੱਵ ਦੇਖਦੇ ਅਤੇ ਆਪੂ ਵੀ ਤੀਰ ਅੰਦਾਜ਼ੀ ਕਰਦੇ। ਇਤਨਾ ਕੱਸ ਕੇ ਤੀਰ ਚਲਾਉਂਦੇ ਕਿ ਉਹ ਅਸ਼ਟਧਾਂਤ ਨੂੰ ਵੀ ਛੇਦ ਕਰ ਜਾਂਦਾ ਸੀ। ਰੱਖ ਵਿੱਚ ਜਾ ਕੇ ਪੰਛੀਆਂ ਨੂੰ ਸਹਿਲਾਉਂਦੇ। ਸੋਦਰ ਦੀ ਚੌਂਕੀ ਵੇਲੇ ਫਿਰ ਸੰਗਤ ਵਿੱਚ ਪੁੱਜਦੇ ਅਤੇ ਪਹਿਰ ਰਾਤ ਲੰਘਣ ਤੱਕ ਦੀਵਾਨ ਸਜਿਆ ਰਹਿੰਦਾ। ਲੰਗਰ ਛਕ ਸੋਹਿਲੇ ਦਾ ਪਾਠ ਕਰਕੇ ਬਿਰਾਜ ਜਾਂਦੇ। ਕੀਰਤਪੁਰ ਜਦ ਵੀ ਹੁੰਦੇ ਇਵੇਂ ਹੀ ਜੁਗਤ ਵਰਤਦੀ। ਬਗਾਤ ਗੁਰੂ ਹਰ ਰਾਏ ਜੀ ਦੇ ਕੋਮਲ ਹਿਰਦੇ ਬਾਰੇ ਤਾਂ ਸਾਰਿਆਂ ਇਤਿਹਾਸਕਾਰਾਂ ਗਵਾਹੀਆਂ ਭਰੀਆਂ ਹਨ ਕਿ ਇੱਕ ਫੁੱਲ ਗਿਰਿਆ ਤਾਂ ਸਾਰੀ ਉਮਰ ਦਾਮਨ ਸਮੇਟ ਹੀ ਤੁਰੇ।
ਕਦੇ ਫੁੱਲ ਨਾ ਤੋੜਿਆ। ਫੁੱਲਾਂ ਨਾਲ ਆਪ ਜੀ ਦਾ ਬਹੁਤ ਪਿਆਰ ਸੀ। ਕੀਰਤਪੁਰ ਦੀ ਆਬਾਦੀ ਘਣੀ ਹੋ ਰਹੀ ਸੀ ਅਤੇ ਕਈ ਬਸਤੀਆਂ ਬਣ ਗਈਆਂ ਸਨ। ਆਪ ਨੇ ਵੱਖ-ਵੱਖ ਥਾਵਾਂ ਤੇ 52 ਬਾਗ ਲਵਾਏ। ਸਿਆਣੇ ਸੁਗੜ ਮਾਲੀ ਰੱਖੇ। ਦੂਰੋਂ ਦੂਰੋਂ ਫੁੱਲਾਂ ਦੇ ਬੀਜ ਮੰਗਵਾ ਬਾਗਾਂ ਵਿੱਚ ਸਜਾਏ। ਸੁੰਦਰ ਵਾੜੀ ਵਾਲੇ ਮਾਲੀ ਨੂੰ ਥਾਪੀ ਤੇ ਇਨਾਮ ਦਿੰਦੇ। ਕੀਰਤਪੁਰ ਨੂੰ ਕਿਹਾ ਹੀ ਬਾਗਾਂ ਦਾ ਸ਼ਹਿਰ ਜਾਂਦਾ ਹੈ, ਰੱਖ ਜਾਂ ਚਿੜੀਆ ਘਰ। ਗੁਰੂ ਹਰ ਰਾਏ ਜੀ ਜਦ ਸ਼ਿਕਾਰ ਨੂੰ ਚੜ੍ਹਦੇ ਸਨ ਤਾਂ ਉਹਨਾਂ ਦਾ ਹੁਕਮ ਤੇ ਕੋਸ਼ਿਸ਼ ਇਹੀ ਹੁੰਦੀ ਸੀ ਕਿ ਸਭ ਸ਼ਿਕਾਰ ਜਿੰਦਾ ਹੀ ਪਕੜਿਆ ਜਾਏ। ਐਸੇ ਜਾਲ ਬਣਵਾਏ ਕਿ ਸ਼ਿਕਾਰ ਜਿੰਦਾ ਹੀ ਕਾਬੂ ਆ ਜਾਏ। ਇਸ ਤਰ੍ਹਾਂ ਕਈ ਕਿਸਮ ਦੇ ਜਾਨਵਰ ਪਕੜ ਕੇ ਵਾੜੇ ਵਿੱਚ ਛੱਡ ਦਿੰਦੇ ਤੇ ਸਿਖਲਾ ਕੇ ਰੱਖ ਬਣਾ ਦਿੱਤੀ। ਕਮਾਲ ਇਹ ਸੀ ਕਿ ਸੂਰ, ਹਿਰਨ, ਬਘਿਆੜ ਸਹੀ ਇੱਕੋ ਘਾਟ ਪਾਣੀ ਪੀਂਦੇ। ਐਸੀ ਸੁੰਦਰ ਰੱਖ ਬਣਾ ਦਿੱਤੀ ਕਿ ਪੰਛੀ ਆਜ਼ਾਦੀ ਨਾਲ ਉੜਦੇ, ਪਸ਼ੂ ਖੁੱਲ੍ਹੇ ਫਿਰਦੇ ਅਤੇ ਕੋਈ ਕਿਸੇ ਤੇ ਹੱਥ ਨਾ ਉਠਾਉਂਦਾ। ਦੂਰ ਦੂਰ ਤੋਂ ਲੋਕੀ ਇਹ ਕੌਤਕ ਦੇਖਣ ਆਉਂਦੇ ਤੇ ਹੈਰਾਨ ਹੁੰਦੇ। ਬਾਜ ਬਹਾਦਰ ਨੇ ਜੋ ਅਦੁੱਤੀ ਹਾਥੀ ਭੇਟਾ ਵਜੋਂ ਦਿੱਤਾ ਸੀ, ਉਸ ਤੇ ਕਈ ਰਾਜਿਆਂ ਦੀ ਤੱਕ ਵੀ ਹੋ ਗਈ ਸੀ। ਕੋਟ ਬੱਧਾ ਮੋਹਸਨ ਫਾਨੀ ਦਾ ਕਹਿਣਾ ਹੈ ਕਿ ਸ਼ਾਹਜਹਾਨ ਨੂੰ ਅੰਦਰੋਂ ਇਹ ਬਹੁਤ ਹੀ ਦੁੱਖ ਸੀ ਕਿ ਪਹਾੜੀ ਰਾਜੇ ਆਜ਼ਾਦ ਫਿਰ ਰਹੇ ਹਨ ਅਤੇ ਈਨ ਨਹੀਂ ਮੰਨਦੇ। ਉਸ ਤਾਰਾ ਚੰਦ ਤੇ ਉਚੇਚੀ ਮੁਹਿੰਮ ਚਾੜੀ। ਗੁਰੂ ਜੀ ਵੀ ਜਾਣ ਗਏ ਕਿ ਇਰਾਦੇ ਬਾਦਸ਼ਾਹ ਦੇ ਸ਼ੁਭ ਨਹੀਂ ਹਨ। ਉਹਨਾਂ ਪਤਾਲਗੜ੍ਹ ਦੇ ਥਾਂ ਤੇ ਨਦੀ ਕਿਨਾਰੇ ਇੱਕ ਕਿਲ੍ਹਾ ਉਸਾਰਿਆ। ਗੋਲਾ ਬਰੂਦ ਦਾ ਸਮਾਨ ਇਸੇ ਕਿਲ੍ਹੇ ਵਿੱਚ ਸੀ। ਭਾਵੇਂ ਹੱਲਾ ਤਾਂ ਕਿਸੇ ਨੇ ਨਾ ਕੀਤਾ, ਪਰ ਇਸ ਕਿਲ੍ਹੇ ਦੀ ਉਸਾਰੀ ਦੱਸ ਰਹੀ ਸੀ ਕਿ ਗੁਰੂ ਜੀ ਹਰ ਪੱਖੋਂ ਸੁਚੇਤ ਸਨ ਅਤੇ ਸਿੱਖਾਂ ਨੂੰ ਸਾਵਧਾਨ ਕਰਦੇ ਰਹਿੰਦੇ ਸਨ। ਕਾਲ ਸਮੇਂ ਲੰਗਰਾਂ ਦੀ ਸਥਾਪਨਾ 1646 ਈਸਵੀ ਨੂੰ ਫਿਰ ਪੰਜਾਬ ਤੇ ਖਾਸ ਕਰ ਮਾਲਵਾ ਵਿੱਚ ਅਜਿਹਾ ਕਾਲ ਪਿਆ ਕਿ ਭੁੱਖ ਖਣੋ ਕਈ ਜਾਨਾਂ ਤੜਪ ਜਾਣ ਲੱਗੀਆਂ। ਸਤਵੇਂ ਪਿਤਾ ਨੇ ਮੌਕੇ ਨੂੰ ਸੰਭਾਲਿਆ ਅਤੇ ਸੰਗਤਾਂ ਨੂੰ ਹੁਕਮ ਭੇਜੇ ਕਿ ਘਰ ਘਰ ਲੰਗਰ ਲਗਾ ਦਿਓ। ਜਿੱਥੇ ਵੀ ਧਰਮਸ਼ਾਲ ਸੀ ਉੱਥੇ ਲੰਗਰ ਲਗਵਾਏ। ਆਪ ਜੀ ਦਾ ਲੰਗਰ ਸੰਬੰਧੀ ਇੱਕ ਉਚੇਚਾ ਹੁਕਮ ਸੀ ਕਿ ਨਿਰਾ ਸਮੇਂ ਸਿਰ ਜਾਂ 2 ਵਕਤ ਪ੍ਰਸ਼ਾਦ ਨਹੀਂ ਦੇਣਾ। ਕਿਸੇ ਸਮੇਂ ਵੀ ਕੋਈ ਆਵੇ ਉਸ ਨੂੰ ਪਿਆਰ ਨਾਲ ਪ੍ਰਸ਼ਾਦ ਛਕਾਉਣਾ। ਆਪ ਜੀ ਨੇ ਇੱਕ ਵਾਰੀ ਉਹਨਾਂ ਸਾਰਿਆਂ ਲੰਗਰ ਕਰਨ ਵਾਲਿਆਂ ਨੂੰ ਜੋ ਸਿਫਤਾਂ ਕਰ ਰਹੇ ਸਨ ਕਿ ਉਹ ਹਰ ਆਏ ਦੀ ਦਿਲੋਂ ਸੇਵਾ ਕਰਦੇ ਹਨ, ਖਵਾ ਕੇ ਛਕਦੇ ਹਨ, ਮੁੱਠੀ ਚਾਪੀ ਕਰਦੇ ਹਨ, ਉਹਨਾਂ ਨੂੰ ਕਿਹਾ ਸੀ, ਵਹੀ ਮੇਰਾ ਸਿੱਖ ਹੈ ਔਰ ਵਹੀ ਮੇਰਾ ਲੰਗਰ ਹੈ जिसमें वक्तों कुत्थे की सेवा होती है, बाकी बिना विचार के पुण्य पाप का सौदा है। ਆਪ ਜੀ ਨੇ ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਰੀਤ ਵੀ ਚਲਾਈ ਸੀ। ਇਸ ਦਾ ਭਾਵ ਸੀ ਕਿ ਦੂਰ ਦੂਰ ਬੈਠੇ ਲੋਕੀ ਵੀ ਨਗਾਰੇ ਦੀ ਆਵਾਜ਼ ਸੁਣ ਲੰਗਰ ਆ ਕੇ ਪਾਉਣ। ਇਹਨਾਂ ਹੁਕਮਾਂ ਤੇ ਲੰਗਰਾਂ ਸਦਕਾ ਹਰ ਇੱਕ ਨੂੰ ਹਰ ਵੇਲੇ ਬਿਨਾਂ ਵਿਤਕਰੇ ਖੁੱਲ੍ਹਾ ਰਜਵਾਂ ਲੰਗਰ ਮਿਲਦਾ। ਕਾਲਗ੍ਰਸਤ ਲੋਕਾਂ ਗੁਰੂ ਦਾ ਲੜ ਪਕੜਿਆ। ਇੱਥੇ ਭਾਈ ਫੇਰੂ ਦੇ ਲੰਗਰ ਦੀ ਇੱਕ ਘਟਨਾ ਦੱਸਣੀ ਕੁਥਾ ਨਹੀਂ ਹੋਵੇਗੀ। ਭਾਈ ਫੇਰੂ ਜੀ ਬੜੀ ਸ਼ਰਧਾ ਤੇ ਆਦਰ ਨਾਲ ਹਰ ਆਏ ਨੂੰ ਲੰਗਰ ਛਕਾਉਂਦੇ, ਪਰ ਇੱਕ ਵਾਰੀ ਚੂਕੇ ਸਮੇਂ ਰਾਹ ਜਾਂਦੇ ਬਹੁਤੇ ਆਏ ਅਤੇ ਸੇਵਕ ਰਾਹੀਂ ਹਰ ਇੱਕ ਨੂੰ ਜੋ ਵੀ ਲੰਗਰ ਵਿੱਚ ਉਸ ਸਮੇਂ ਤਿਆਰ ਸੀ ਛਕਾਇਆ। ਇੱਕ ਪੰਗਤ ਨੂੰ ਲਾਂਗਰੀ ਨੇ ਪਰੌਂਠੇ ਅਤੇ ਦੂਜੇ ਨੂੰ ਮਿੱਸੇ ਪ੍ਰਸ਼ਾਦੇ ਜੋ ਲੰਗਰ ਵਿੱਚ ਪਏ ਸਨ ਭਾਈ ਸਾਹਿਬ ਨੇ ਵਰਤਾਉਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਇੱਕ ਸਿੱਖ ਦੇ ਮੂੰਹ ਨਿਕਲਿਆ, ਭਾਈ ਜੀ ਗੁਰੂ ਕਾ ਲੰਗਰ ਤੁਸਾਂ ਕਾਣਾ ਕਰ ਛੱਡਿਆ ਹੈ। ਭਾਈ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਵਰਤਾਵੇ ਦੀ ਭੁੱਲ ਹੈ। ਗੁਰੂ ਕਾ ਲੰਗਰ ਸਭ ਲਈ ਇੱਕ ਸਮਾਨ ਹੈ। ਲੰਗਰ ਨੂੰ ਕਾਣਾ ਨਾ ਆਖ। ਤੇਰੀ ਅੱਖ ਬੇਸ਼ੱਕ ਕਾਣੀ ਹੋ ਜਾਵੇ, ਲੰਗਰ ਸਦਾ ਗੁਰੂ ਦਾ ਹੈ, ਜਿੱਥੇ ਊਚ ਨੀਚ ਅਮੀਰ ਗਰੀਬ ਦਾ ਜਰਾ ਅੰਤਰ ਨਹੀਂ। ਗੁਰੂ ਹਰ ਰਾਏ ਜੀ ਇਹ ਹੀ ਫਰਮਾਉਂਦੇ ਕਹਿੰਦੇ ਸਨ ਕਿ ਭਾਵੇਂ ਕੁਝ ਹੋਵੇ, ਗੁਰੂ ਕੇ ਲੰਗਰ ਵਿੱਚ ਹਰ ਸਿੱਖ ਯਥਾ ਸ਼ਕਤ ਖਰਚ ਅੰਨ ਧਨ ਰਸਦ ਪਾਏ। ਇੱਕ ਸਿੱਖ ਨੇ ਕਿਹਾ, ਜੇ ਆਪਣੇ ਕੋਲ ਖਾਣ ਨੂੰ ਮਸਾ ਕੁ ਹੋਵੇ ਤਾਂ ਉਹ ਕੀ ਕਰੇ। ਮਹਾਰਾਜ ਨੇ ਕਿਹਾ ਕਿ ਭਾਵੇਂ ਇੱਕ ਚੁਟਕੀ ਆਟਾ ਜਾਂ 4 ਦਾਣੇ ਹੀ ਪਾਏ। ਲੰਗਰ ਵਿੱਚ ਪਾਈ ਰਸਦ ਨਾਲ ਬਰਕਤ ਆਉਂਦੀ ਹੈ ਅਤੇ ਜੇ ਦੂਜੇ ਪਾਸੇ ਗੁਰੂ ਲੰਗਰ ਜਾਂ ਗੋਲਕ ਤੋਂ ਘਰ ਲੈ ਆਉਂਦੇ ਹਨ, ਉਹਨਾਂ ਦੀਆਂ ਸਾਰੀਆਂ ਬਰਕਤਾਂ ਉੱਡ ਪੁੱਡ ਜਾਂਦੀਆਂ ਹਨ। ਇੱਕ ਸਾਖੀ ਵੀ ਸੁਣਾਈ ਕਿ ਇੱਕ ਕਿਰਤੀ ਸੰਜਮੀ ਸਿੱਖ ਅਨਾਜ ਦੀ ਮੰਡੀ ਚੋਂ ਝਾੜੂ ਨਾਲ ਅੰਨ ਰੋਲ ਲਿਆਉਂਦਾ ਸੀ। ਜਦ ਉਹ ਪੀਸਣ ਪਕਾਉਣ ਲਈ ਅੰਨ ਸੁੱਕਣੇ ਪਾਉਂਦਾ ਤਾਂ ਉਸਦੇ ਘਰ ਵਿੱਚੋਂ ਇੱਕ ਚਿੜਾ ਅੰਨ ਦੇ 2 ਦਾਣੇ ਗੁਰੂ ਕੇ ਲੰਗਰ ਵਿੱਚ ਆ ਪਾਉਂਦਾ ਸੀ। ਘਰ ਬਰਕਤਾਂ ਆਉਣ ਲੱਗੀਆਂ। ਦਿਨਾਂ ਵਿੱਚ ਸੌਖੇ ਹੋ ਗਏ। ਨਵਾਂ ਮਕਾਨ ਬਣਾਇਆ, ਪਰ ਵਿਸਰ ਗਿਆ ਪ੍ਰਭੂ, ਭੁੱਲ ਗਿਆ ਗੁਰੂ ਕਾ ਲੰਗਰ। ਕਰਨੀ ਕੁਦਰਤ ਦੀ ਕਿ ਉਹ ਹੀ ਚਿੜਾ ਹੁਣ ਲੰਗਰ ਦੇ ਦਾਣਿਆਂ ਵਿੱਚੋਂ 2 ਦਾਣੇ ਜਾਂ ਚੁਟਕੀ ਆਟੇ ਦੀ ਉਹਨਾਂ ਦੀਆਂ ਬੋਰੀਆਂ ਵਿੱਚ ਪਾਉਂਦਾ।
ਫਿਰ ਕੰਗਾਲ ਹੋ ਗਏ। ਗੁਰੂ ਸ਼ਰਨ ਆਏ ਤੇ ਕਾਰਨ ਪੁੱਛਿਆ। ਇਸ ਤੋਂ ਪਹਿਲਾਂ ਬਰਕਤਾਂ, ਫਿਰ ਕੰਗਾਲਤਾ ਦਾ। ਮਹਾਰਾਜ ਨੇ ਕਿਹਾ, ਅੰਨ ਜਿਤਨੇ ਮੂੰਹਾਂ ਵਿੱਚ ਪਵੇਗਾ ਉਤਨਾ ਹੀ ਵਾਧਾ ਹੋਵੇਗਾ। ਇਹ ਵੀ ਹੁਕਮ ਦੇ ਰੱਖਿਆ ਸੀ ਕਿ ਜੋ ਮਸੰਦ ਉਗਰਾਹੀ ਦੀ ਰਕਮ ਤੇ ਰਸਦ ਲੋੜਵੰਦਾਂ ਵਿੱਚ ਵੰਡ ਦਿੰਦਾ ਹੈ ਉਸ ਨੂੰ ਸਿੱਧੀ ਪੁੱਜੀ ਜਾਣੋ। ਹੁਕਮ ਸੀ, ਕੋਈ ਸਿੱਖ ਭੀੜਾ ਆਦਿ ਨਜ਼ਰ ਆਵੇ, ਜਿਸ ਕਹਿ ਦੇਈ ਭੁੱਖਿਆਂ ਕੋ ਖਿਲਾਵੇ, ਜੋ ਮੇਰੇ ਜਿੰਮੇ ਹੈ ਪੁੱਜ ਜਾਵੇਗਾ। ਕਿਤਨੇ ਹੀ ਖੂਹ ਸਰੋਵਰ ਤਲਾਬ ਆਪ ਜੀ ਨੇ ਲਗਵਾਏ ਤਾਂ ਕਿ ਪਾਣੀ ਦੀ ਔੜ ਵੀ ਨਾ ਰਹੇ। ਦਵਾਖਾਨਾ ਤੇ ਸ਼ਫਾਖਾਨਾ। ਗੁਰੂ ਪਾਤਸ਼ਾਹ ਜਿੱਥੇ ਨਾਮ ਦਾਰੂ ਦਿੰਦੇ ਸਨ ਉੱਥੇ ਰੋਗੀ ਦਾ ਰੋਗ ਖੰਡਨ ਕਰਨ ਦਾ ਉਪਰਾਲਾ ਵੀ ਕਰਦੇ ਸਨ। ਗੁਰੂ ਅਰਜਨ ਜੀ ਆਪੂ ਪਿੰਡਾਂ ਵਿੱਚ ਜਾ ਕੇ ਦਾਰੂ ਵੰਡਦੇ ਸਨ। ਗੁਰੂ ਹਰਗੋਬਿੰਦ ਜੀ ਉਚੇਚੇ ਕਸ਼ਮੀਰ ਦੁਖੀਆਂ ਦੇ ਦੁੱਖ ਦੂਰ ਕਰਨ ਗਏ ਸਨ। ਹਰ ਧਰਮਸ਼ਾਲ ਨਾਲ ਦਵਾਖਾਨਾ ਰੱਖਣ ਦਾ ਰਿਵਾਜ ਸੀ। ਗੁਰੂ ਹਰ ਰਾਏ ਜੀ ਨੇ ਕੀਰਤਪੁਰ ਵਿੱਚ ਬਹੁਤ ਵੱਡੇ ਪੈਮਾਨੇ ਤੇ ਇੱਕ ਦਵਾਖਾਨਾ ਤੇ ਸ਼ਫਾਖਾਨਾ ਬਣਾਇਆ। ਉੱਥੇ ਪ੍ਰਸਿੱਧ ਵੈਦ ਤੇ ਹਕੀਮ ਰੱਖੇ ਅਤੇ ਉਹ ਦਵਾਈਆਂ ਰੱਖੀਆਂ ਤੇ ਬਣਵਾਈਆਂ ਜੋ ਹਿੰਦੁਸਤਾਨ ਵਿੱਚ ਕਿਸੇ ਵੀ ਥਾਂ ਤੇ ਨਹੀਂ ਸਨ ਮਿਲਦੀਆਂ। ਸਾਡੇ ਇਤਿਹਾਸ ਨੇ ਗੱਜ ਮੋਤੀ, ਹਰੜ, ਲੌਂਗ ਤੇ 7 ਦਾਰੂ ਦਾ ਜ਼ਿਕਰ ਹੈ। ਜਦ ਦਾਰਾ ਸ਼ਿਕੋਹ ਨੂੰ ਚਲਾਕੀ ਨਾਲ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਪਿਲਾਉਣ ਵਿੱਚ ਖਵਾਲ ਦਿੱਤਾ ਤਾਂ ਸ਼ਾਹੀ ਹਕੀਮ ਸਾਰੇ ਪਾਸੇ ਤਲਾਸ਼ ਕਰ ਹਟੇ। ਉਹਨਾਂ ਨੂੰ ਯੋਗ ਦਵਾਈ ਕਿਧਰੋਂ ਨਾ ਮਿਲੀ। ਮੁਗਲ ਦਰਬਾਰ ਵਿੱਚ ਜਦ ਗੱਲ ਚੱਲੀ ਕਿ ਏਕ ਗੱਜ ਮੋਤੀ ਕੀ ਤਿਸੇ ਖਾਹਿਸ਼, ਹਿੰਦ ਸਗਲ में करी तलाइश, बड़े लोग और राय हरीड़, खोजे नहीं मिले कालख अत भीड़, ਤਾਂ ਇੱਕ ਦਰਬਾਰੀ ਨੇ ਕਿਹਾ, ਗੁਰੂ ਹਰ ਰਾਏ ਜੀ ਕੇ ਘਰ ਆਏ। ਗੁਰੂ ਜੀ ਵੀ ਹਿਕਮਤ ਦੀਆਂ ਸਾਰੀਆਂ ਪੁੜੀਆਂ ਜਾਣਦੇ ਸਨ। ਸੇਵਾ ਪੰਥੀਆਂ ਨੇ ਇਸੇ ਹੀ ਲੀਹ ਤੇ ਟੁਰਦੇ ਪਿੰਡਾਂ, ਧਰਮਸ਼ਾਲਾਂ ਤੇ ਡੇਰਿਆਂ ਵਿੱਚ ਦਵਾਖਾਨਾ ਕਾਇਮ ਕੀਤੇ। ਆਪੂ ਰੋਜ਼ ਗੁਰੂ ਜੀ ਦਵਾਈਆਂ ਵੰਡਦੇ ਅਤੇ ਦੁੱਖ ਦੂਰ ਕਰਦੇ। ਆਨੰਦ ਵਿਆਹ। ਜਦ ਗੁਰੂ ਹਰ ਰਾਏ ਜੀ 17 ਵਰ੍ਹਿਆਂ ਦੇ ਹੋਏ ਤਾਂ ਜੂਨ 1647 ਨੂੰ ਸੁਲੱਖਣੀ ਬੇਟੀ ਭਾਈ ਦਇਆ ਰਾਮ ਨਾਲ, ਜੋ ਅਨੂਪ ਸ਼ਹਿਰ ਬੁਲੰਦ ਸ਼ਹਿਰ ਤੋਂ 15 ਮੀਲ ਪੂਰਬ ਤੇ ਉਥੋਂ ਰਤਾ ਕੁ ਦੱਖਣ ਰਹਿੰਦੇ ਸਨ, ਵਿਆਹ ਹੋਇਆ। ਸਹੁਰੇ ਘਰ ਦਾ ਨਾਮ ਕ੍ਰਿਸ਼ਨ ਕੌਰ ਰੱਖਿਆ ਗਿਆ। ਵਿਆਹ ਇੱਕੋ ਸੀ ਪਰ ਦੋਖੀਆਂ ਨੇ 7 ਜਾਂ 8 ਲਿਖ ਦਿੱਤੇ। ਇੱਥੇ ਪਹਿਲੀ ਗੱਲ ਤਾਂ ਇਹ ਨੋਟ ਕਰਨ ਵਾਲੀ ਹੈ ਕਿ ਮਹਿਮਾ ਪ੍ਰਕਾਸ਼ ਵਾਰਤਕ ਤੇ ਕਵੀਆਂ ਨੇ ਕਿਸੇ ਹੋਰ ਵਿਆਹ ਦਾ ਜ਼ਿਕਰ ਨਹੀਂ ਕੀਤਾ। ਉੱਥੇ ਬਸ ਅੰਤਿਮ ਸਾਖੀ 21ਵੀਂ ਪਾਤਸ਼ਾਹੀ 7ਵੀਂ ਵਿੱਚ ਇਤਨਾ ਹੀ ਲਿਖਿਆ ਹੈ। ਬਾਬਾ ਗੁਰਦਿੱਤਾ ਪਿਤਾ, ਰਾਜ ਕੌਰ ਜੀ ਮਾਤਾ, ਸੁਲੱਖਣੀ ਪਤੀ ਹਰ ਰਾਏ, ਗੁਰੂ ਹਰ ਕ੍ਰਿਸ਼ਨ ਰਾਮ ਰਾਏ ਤਾਤ। ਫਿਰ ਇਹ ਗੱਲ ਉਚੇਚੀ ਸਮਝਣ ਵਾਲੀ ਹੈ ਕਿ ਇਹ ਸਾਖੀ 7 ਸਾਲੀਆਂ ਤੇ ਨੌਕਰਾਣੀਆਂ ਦੇ ਵਿਆਹ ਵਾਲੀ ਦੋਖੀ ਨੇ। ਜਿੱਥੇ ਲਿਖੀ ਉੱਥੇ ਪ੍ਰਸੰਗਕ ਵੀ ਨਹੀਂ। ਰਾਸ 8 ਅੰਸ਼ 43 ਤੇ ਅੰਤ ਲਿਖਿਆ ਹੈ ਕਿ ਇਤ ਸ਼੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅਸ਼ਟਮ ਰਾਸ ਸ਼੍ਰੀ ਗੁਰੂ ਤੇਗ ਬਹਾਦਰ ਪ੍ਰਸੰਨ ਬਰਨਨ ਤੋਂ ਬਾਅਦ ਬਗੈਰ ਪ੍ਰਸੰਗ ਮਿਲਾਏ ਗੁਰੂ ਹਰ ਰਾਏ ਜੀ ਦੇ 7 ਵਿਆਹਾਂ ਦਾ ਅਮੇਲਵਾਂ ਅੰਸ਼ ਪਾ ਦਿੱਤਾ ਹੈ। ਸਿਵਾਏ ਛਪੇ ਸੂਰਜ ਪ੍ਰਕਾਸ਼ ਦੇ ਪੁਰਾਤਨ ਨੁਸਖਿਆਂ ਵਿੱਚ ਜ਼ਿਕਰ ਨਹੀਂ ਹੈ। ਹੱਥ ਲਿਖਤ ਨੁਸਖਿਆਂ ਵਿੱਚ ਕਿਸੇ ਪਿੱਛੋਂ ਪਾਉਣ ਦਾ ਕੋਝਾ ਯਤਨ ਕੀਤਾ ਹੈ ਤੇ 4 ਪੰਨਿਆਂ ਤੇ ਇਹ 7 ਵਿਆਹ ਵਾਲੇ ਪ੍ਰਸੰਗ ਦਾ ਜ਼ਿਕਰ ਹੈ। ਉਸ ਤੇ ਪੰਨਾ ਹੀ ਨਹੀਂ ਪਾਇਆ। ਹਾਂ, ਜੇ ਭੁੱਲ ਨਾਲ ਪੱਲੇ ਪਾਣੀ ਰਹਿ ਵੀ ਗਏ ਹੁੰਦੇ ਤਾਂ ਅਗਲਾ ਪੰਨਾ ਤਾਂ ਠੀਕ ਹੁੰਦਾ। ਇੱਕ ਪੱਤਰਾ ਕੱਟ ਕੇ ਜੋੜਿਆ ਹੈ। ਇਹ ਵਿਆਹਾਂ ਵਾਲਾ ਪ੍ਰਸੰਗ 557 ਪੰਨੇ ਤੋਂ ਆਰੰਭ ਹੁੰਦਾ ਹੈ ਅਤੇ ਫਿਰ 4 ਸਫ਼ਿਆਂ ਤੇ ਕੋਈ ਅੰਕ ਨਹੀਂ, ਖਾਲੀ ਹਨ ਅਤੇ ਅਗਲਾ ਫਿਰ 558 ਦਾ ਸਫ਼ਾ ਹੈ। ਇੱਕ ਹੋਰ ਹਾਸੋਹੀਣੀ ਗੱਲ ਦੇਖੋ। ਜਦ ਵਿਆਹ ਹੋਇਆ ਉਸੇ ਲਿਖਾਰੀ ਦੇ ਕਹਿਣ ਮੁਤਾਬਿਕ ਉਮਰ 10 ਸਾਲ ਹੈ ਅਤੇ ਇਹ ਲਿਖਿਆ ਕਿ ਜਦੋਂ ਸੁਲੱਖਣੀ ਦੀ ਸ਼ਾਦੀ ਹੋਈ ਤਾਂ ਬਾਕੀ 6 ਭੈਣਾਂ ਨੇ ਵੀ ਸੰਕਲਪ ਕੀਤਾ ਕਿ ਅਸੀਂ ਗੁਰੂ ਜੀ ਦੀਆਂ ਹਾਂ। ਹੁਣ ਰਤਾ ਕੁ ਸੋਚੋ, ਜੇ ਇੱਕੋ ਆਦਮੀ ਦੀਆਂ 7 ਲੜਕੀਆਂ ਜੋ ਉੱਤੋਂ ਧੜੀ ਵੀ ਜੰਮੀਆਂ ਹੋਣ ਤਾਂ ਸਭ ਤੋਂ ਛੋਟੀ ਦੀ ਉਮਰ ਮਸਾਂ 1.25 ਕੁ ਸਾਲ ਹੋਵੇਗੀ। ਜੇ ਵੱਡੀ ਦੀ ਉਮਰ 9 ਸਾਲ ਮਿਥ ਲਈਏ, ਇਤਨੀਆਂ ਛੋਟੀਆਂ ਮਨ ਵਿੱਚ ਕੋਈ ਖਿਆਲ ਲਿਆ ਸਕਦੀਆਂ ਹਨ ਅਤੇ ਫਿਰ 2.25, 2.5 ਜਾਂ 4 ਸਾਲ ਦੀ ਲੜਕੀ ਲਈ ਵਰ ਲੱਭਣ ਦਾ ਫਿਕਰ ਮਾਪਿਆਂ ਨੂੰ ਕਿਵੇਂ ਹੋਣ ਲੱਗਾ। ਇਹ ਸਭ ਦੋਖੀ ਰਲਾ ਪਾਉਂਦੇ ਰਹੇ ਕਿ ਗੁਰੂ ਦੀ ਅਜ਼ਮਤ ਪ੍ਰਗਟ ਨਾ ਹੋਵੇ, ਪੜ੍ਹਨ ਵਾਲੇ ਵਿੱਚ ਵੀ ਆਪਣੇ ਗੁਰੂ ਪ੍ਰਤੀ ਫਖਰ ਨਾ ਉਪਜੇ। ਨੋਟ:
ਕਿ ਐਸੇ ਹੀ ਲੋਕਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ੀਤਲਾ ਦੀ ਪੂਜਾ ਕਰਾਉਣ ਦਾ ਨਿਸਫਲ ਯਤਨ ਨਹੀਂ ਕੀਤਾ, ਕਿ ਅਜਿਹੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਰਗਾ ਪੂਜਾ ਕਰਦੇ ਨਹੀਂ ਦਿਖਾਇਆ, ਅਤੇ ਫਿਰ ਹਰ ਯਤਨ ਇਹ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਰਾਜਾ ਨਾ ਦਿਸ ਕੇ ਇੱਕ ਸ਼ਰਾਬੀ ਤੇ ਵਿਵਚਾਰੀ ਦਿਸੇ। ਪਰ ਲੱਖ ਯਤਨ ਕਰਨ ਇਹ ਸ਼ਰਾਰਤੀ ਜਰ ਖਰੀਦ ਸਫਲ ਨਹੀਂ ਹੋ ਸਕਦੇ ਅਤੇ ਨਾ ਹੀ ਹੋਣ ਦੇਣੇ ਚਾਹੀਦੇ ਹਨ। ਅੱਜ ਅਸੀਂ ਨਿਰਭਉ ਨਿਰਵੈਰ ਜੀਵਨੀ ਗੁਰੂ ਹਰਿਰਾਏ ਜੀ ਕਿਤਾਬ ਦੇ 56 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।